All right, so very good evening. So today I'll be talking about the current affairs. News, this is very important. Okay, so she has joined us. So ਆਪਾਂ ਕੀ ਕਰਨਾ ਬੇਸਿਕਲੀ ਆਪਾਂ ਕਰਨਾ ਹੈ ਜਿਹੜੇ ਕਰੰਟ ਅਫੇਅਰ ਨੇ ਉਹ ਜ਼ਰੂਰੀ ਹੈ ਤੁਹਾਨੂੰ ਪਤਾ ਹੈ ਆਪਾਂ ਪਹਿਲੇ ਡਿਸਕਸ ਕੀਤਾ ਸੀ ਹੈ ਨਾ ਜੀਐਸ ਦੇ ਨਾਲ ਕਰੰਟ ਅਫੇਅਰ ਵੀ ਕਰਾਂਗੇ ਵੀਕ 'ਚ ਇੱਕ ਦਿਨ ਆਪਾਂ ਕਰੰਟ ਅਫੇਅਰ ਦਾ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਜਿੰਨਾ ਕੁ ਹੋ ਸਕਦਾ ਹੈ ਉਨੇ ਇੱਕ ਡਿਸਕਸ ਕਰ ਲਈਏ ਬਾਕੀ ਮੈਂ ਸ਼ੇਅਰ ਕਰ ਦਾਂਗਾ ਤੁਹਾਡਾ ਮਟੀਰੀਅਲ ਤੁਸੀਂ ਉਹਨੂੰ ਥੋੜਾ ਗੋ ਥਰੂ ਹੋ ਜਾਓ ਕਿਉਂਕਿ ਇਹ ਤਾਂ ਰਿਵੀਜ਼ਨ ਵਾਲੀ ਚੀਜ਼ ਹੈ ਨਾ ਤੇ ਇੱਥੇ ਮੈਂ ਇੱਕ ਤਰੀਕਾ ਇਹ ਲੱਭਿਆ ਵੀ ਆਪਾਂ ਕੁਐਸਚਨ ਆਨਸਰ ਫਾਰਮੈਟ 'ਚ ਡਿਸਕਸ ਕਰਾਂਗੇ ਉਹਦੇ ਨਾਲ ਕੀ ਹੋਏਗਾ ਡਿਸਕਸ਼ਨ ਜ਼ਿਆਦਾ ਹੋ ਜਾਂਦੀ ਹੈ ਕਿਸੇ ਵੀ ਨਿਊਜ਼ ਤੇ ਪੋਸੀਬਲ ਜਿੰਨਾ ਵੀ ਹੈ ਅਸੀਂ ਉਹਨਾਂ ਕਵਰ ਕਰਾਂਗੇ ਰਾਈਟ ਤੇ ਮਈ ਜਿਹੜਾ 2022 ਹੈ ਆਪਾਂ ਉਹ ਕਰਾਂਗੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਮੈਂ ਜੂਨ ਦਾ ਲਿਆਵਾਂ ਉਸ ਤੋਂ ਬਾਅਦ ਫਿਰ ਬੈਕ ਡੇਟ ਚੱਲ ਦਾਂਗੇ ਫਿਰ ਅਪ੍ਰੈਲ ਮਾਰਚ ਫਰਵਰੀ ਕਿਉਂਕਿ ਕੋਸ਼ਿਸ਼ ਕਰਾਂਗੇ ਵੀ ਜਿਸ 10 ਮਹੀਨੇ ਸਾਲ ਦਾ ਆਪਾਂ ਕਵਰ ਕਰ ਲਈਏ ਹੈ ਨਾ ਇੰਪੋਰਟੈਂਟ ਇੰਨਾ ਤਾਂ ਹੁੰਦਾ ਹੀ ਹੈ ਜੀ ਬਾਕੀ ਉਹ ਨੈਵਰ ਨੋ ਕਿੱਥੋਂ ਕੀ ਆ ਜੇ ਚਲੋ ਫਿਰ ਆਪਾਂ ਗੱਲ ਕਰਦੇ ਆਂ ਤੇ ਇਹ ਪਹਿਲਾ ਕੁਐਸਚਨ ਹੈ ਸਾਡੇ ਸਾਹਮਣੇ ਅਸੀਂ ਕੁਐਸਚਨ ਫਾਰਮੈਟ 'ਚ ਮੈਂ ਲਿਆ ਆ ਐਜ਼ ਅ ਪਾਰਟ ਆਫ ਮਿਸ਼ਨ ਸਾਗਰ 9 INS घड़ियाल recently delivered critical medicine to which country? ठीक है ਹੁਣ ਕੋਸ਼ਿਸ਼ ਕਰੋ क्वेश्चन ਨੂੰ ਸਮਝੋ ਤੁਸੀਂ ਹੈ ਨਾ ਓਕੇ ਹੁਣ क्वेश्चन ਕੀ ਹੈ ਜੀ क्वेश्चन बेसिकली ਇਹ ਹੈ ਦੋ ਤਿੰਨ ਚੀਜ਼ਾਂ ਅਸੀਂ ਯਾਦ ਰੱਖਣੀਆਂ ਹੈ ਮਿਸ਼ਨ ਸਾਗਰ ਹੁਣ क्वेश्चन ਇਹ ਵੀ ਬਣ ਸਕਦਾ ਵੀ ਮਿਸ਼ਨ ਸਾਗਰ 9 ਕੀ ਸੀਗਾ INS घड़ियाल ਕੀ ਹੈ ਜੋ ਵੀ ਹੈ ਵੀ ਮਿਸ਼ਨ ਸਾਗਰ ਦੇ ਤਹਿਤ ਅਸੀਂ ਕੀ ਕੀਤਾ ਹੈ ਮੈਡੀਸਨ ਡਿਲੀਵਰ ਕੀਤੀਆਂ ਕਿਸੇ ਕੰਟਰੀ ਨੂੰ ਕਿਹੜੀ ਕੰਟਰੀ ਨੂੰ ਕੀਤੀਆਂ ਆਪਾਂ ਸ਼੍ਰੀਲੰਕਾ ਨੂੰ ਕੀਤੀਆਂ ਤੇ ਇੱਥੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਬਾਕੀ ਇੱਥੇ ਮੈਂ ਐਕਸਪਲੇਨ ਕਰਤਾ ਵੀ ਆਈਐਨਐਸ ਕੀ ਹੈ ਆਈਐਨਐਸ ਇੰਡੀਅਨ ਨੇਵਲ ਸ਼ਿਪ ਹੈ ਜੀ ਨੇਵੀ ਦਾ ਸ਼ਿਪ ਹੈ ਆਈਐਨਐਸ ਉੱਥੇ ਲੱਗਦੇ ਨੇ ਸਾਰੇ ਨਾਮ ਦੇ ਪਿੱਛੇ ਲਾਉਂਦੇ ਆ ਤੇ ਆਈਐਨਐਸ ਘੜਿਆਲ yes I had muted you Harcharan yes I have muted you क्योंकि डिस्टरबेंस था इसलिए मैंने म्यूट किया इफ यू फील लाइक आई कैन अनम्यूट नो इश्यूज नाउ यू आर अनम्यूट यस सर यस सर नो इश्यूज चाहे म्यूट रखो कोई चक्कर नहीं है ना मैंने लगता है जब बोलना है अनम्यूट कर लिया करो कोई गल नहीं नहीं सर ਤੁਹਾਡੇ ਵੱਲੋਂ ਅਨਮਿਊਟ ਹੋ ਗਿਆ ਸੀ ਮੇਰੇ ਨਾਲ नहीं वो मैं ਤੁਹਾਡੇ ਕੀਤਾ ਵੱਲ ਸੀ ਕਿ ਉਹ ਮੈਂ ਕੀਤਾ ਸੀ ਕਿਉਂਕਿ ਨॉइस ਆ ਰਹੀ ਸੀ ਅੱਛਾ 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 ਹਾਂ ਹਾਂ ਠੀਕ ਰਾਈਟ 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 ਠੀਕ ਹੈ ਸਰ ਚਲੋ ਠੀਕ ਹੈ ਹੁਣ ਇਹ ਪਤਾ ਲੱਗ ਗਿਆ ਸਾਨੂੰ ਆਈਐਨਐਸ ਘੜਿਆਲ ਜਿਹੜਾ ਸ਼ਿਪ ਹੈ ਜਿਹੜਾ ਗਿਆ ਸੀ ਮਿਸ਼ਨ ਸਾਗਰ 9 ਦੇ ਵਿੱਚ ਇਹਨੇ 760 ਕਿਲੋ ਇਹਦਾ ਮੈਟਰ ਨਹੀਂ ਕਰਦਾ ਕਿੰਨੀ ਦਵਾਈਆਂ ਵੀ ਕਿੱਥੇ ਦਵਾਈਆਂ ਅਸੀਂ ਭੇਜੀਆਂ ਇਹ ਬੇਸਿਕਲੀ ਇੱਕ ਵੱਡੇ ਲੈਵਲ ਦੀ ਚੀਜ਼ ਹੈ ਸਾਡੀ ਪਾਲਿਸੀ ਜਿਹੜੀ ਹੁੰਦੀ ਹੈ ਵੀ ਜਿਹੜੇ ਅਸੀਂ ਨੇਬਰਿੰਗ ਕੰਟਰੀ ਦੇ ਪੜੋਸੀ ਦੇਸ਼ ਹੈ ਅਸੀਂ ਉਹਨਾਂ ਨਾਲ ਲਿੰਕ ਜਿਹੜੇ ਆਪਣੇ ਰਿਲੇਸ਼ਨ ਵਧੀਆ ਬਣਾ ਕੇ ਰੱਖੀ ਅਸੀਂ ਇਹਨੂੰ ਦਵਾਈਆਂ ਜਦ ਵੀ ਉੱਥੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਪੈਸੇ ਨਾਲ ਵੀ ਤੇ ਸਮਾਨ ਦੇ ਕੇ ਵੀ ਇੱਥੇ ਸਮਾਨ ਦੇ ਰਹੇ ਹਾਂ ਆਪਾਂ ਹੈ ਨਾ ਤੇ ਹੁਣ ਵੈਸੇ ਵੀ ਉੱਥੇ ਇਕਨੋਮਿਕ ਕ੍ਰਾਈਸਿਸ ਚੱਲ ਰਿਹਾ ਅਸੀਂ ਦੇਖ ਹੀ ਰਹੇ ਹਾਂ ਉੱਥੇ ਹੋ ਕੇ ਹੁਣ ਤਾਂ ਇਕਨੋਮਿਕ ਦਾ ਪੋਲੀਟੀਕਲ ਕ੍ਰਾਈਸਿਸ ਆ ਗਿਆ ਹੈ ਤੇ ਇਹ ਮਿਸ਼ਨ ਸਾਗਰ ਯਾਦ ਰੱਖਣ ਵਾਲਾ ਇੱਥੇ ਹੋਰ ਕੋਈ ਚੱਕਰ ਨਹੀਂ ਹੈ ਬਾਕੀ ਰਾਈਟ ਦੂਸਰਾ IUCN ਸਟਾਰ ਸਕੋਰ ਇਹ ਅਕਸਰ ਅਖਬਾਰ 'ਚ ਰਹਿੰਦਾ ਹੈ ਜੀ ਇਹ ਕਿਹੜੇ ਫੀਲਡ ਨਾਲ ਜੁੜਿਆ ਹੋਇਆ ਹੈ IUCN ਸਟਾਰ ਸਕੋਰ IUCN ਬੇਸਿਕਲੀ ਇੱਕ ਲਿਸਟ ਕੱਢਦਾ ਹੈ IUCN ਦੀ ਠੀਕ ਹੈ ਇਹ ਜਿਹੜੇ ਵੀ ਸਪੀਸੀਜ਼ ਨੇ ਚਾਹੇ ਉਹ ਫਲੋਰਾ ਜਾਂ ਫੌਨਾ ਮੀਨਸ ਐਨੀਮਲਸ ਜਾਂ ਟਰੀ ਬਰਡਸ ਇਹਨਾਂ ਦੀ ਇੱਕ ਲਿਸਟ ਕੱਢਦਾ ਹੈ IUCN ਏਜੰਸੀ ਹੈ ਇੱਕ ਉਹਦੇ ਵਿੱਚ ਕੀ ਲਿਖਦੇ ਨੇ ਇਹ ਕਿ ਕਿਹੜੇ ਐਨੀਮਲ ਨੂੰ ਕਿਹੜੇ ਬਰਡ ਨੂੰ ਕਿਹੜੇ ਪਲਾਂਟ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ ਮੀਨਸ ਕਿਹੜਾ ਖਤਮ ਹੋ ਗਿਆ ਕਿਹੜਾ ਖਤਮ ਹੋਣ ਦੀ ਕਗਾਰ ਤੇ ਹੈ ਕਿਹਨੂੰ ਬਚਾਉਣ ਦੀ ਲੋੜ ਹੈ ਇਹ ਉਹ ਲਿਸਟ ਕੱਢਦਾ ਹੈ ਤੇ ਇਹਦਾ ਮਤਲਬ ਕੀ ਹੈ ਕਿਹਦੇ ਨਾਲ ਜੁੜਿਆ ਹੋ ਸਕਦਾ ਹੈ ਪਾਵਰ ਰੇਟਿੰਗ ਨਾਲ ਨੋ 에ਅਰ ਕੁਆਲਿਟੀ ਨਾਲ ਤੇ ਸੋਲਿਡ ਵੇਸਟ ਮੈਨੇਜਮੈਂਟ ਨਾਲ ਨਹੀਂ ਇਹ ਸਪੀਸੀਜ਼ ਦੀ ਐਕਸਟਿੰਕਸ਼ਨ ਨਾਲ ਹੈ ਹੁਣ ਇਹਦਾ ਫਾਇਦਾ ਇਹ ਜੋ ਆਪਾਂ ਡਿਸਕਸ ਕਰ ਰਹੇ ਹਾਂ ਹੁਣ ਜੇ ਆਪਾਂ ਸਿੱਧੀ ਇੱਕ ਲਾਈਨ ਪੜ੍ਹਦੀ ਫਿਰ ਆਪਾਂ ਸ਼ਾਇਦ ਉਹਨਾਂ ਧਿਆਨ ਨਹੀਂ ਦਿੰਦੇ ਆਪਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਅਕਸਰ ਹੁਣ ਇਹਦੇ ਨਾਲ ਇਹ ਹੋਏਗਾ ਵੀ ਆਪਣੀ ਲਿੰਕਿੰਗ ਬਣ ਜਾਏਗੀ ਹੈ ਨਾ ਹੁਣ ਇੱਥੇ ਆਪਾਂ ਪੜ੍ਹ ਵੀ ਸਕਦੇ ਹਾਂ IUCN ਕੀ ਹੈ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ ਠੀਕ ਹੈ ਇਹ ਕੀ ਕਰਦੀ ਹੈ ਸਪੀਸੀਜ਼ ਥ੍ਰੈਟ ਅਬੇਟਮੈਂਟ ਐਂਡ ਰੈਸਟੋਰੇਸ਼ਨ ਸਕੋਰ ਸਟਾਰ ਸਕੋਰ ਇੱਕ ਦਿੰਦੀ ਹੈ ਜਿਹਦੇ ਤਹਿਤ ਕੀ ਹੈ ਕਿ ਜਿਹੜੇ ਥ੍ਰੈਟਨਡ ਸਪੀਸੀਜ਼ ਨੇ ਉਹ ਇੰਡੀਕੇਟ ਕਰਦੇ ਕਿ ਇਹਨੂੰ ਕਿੰਨੀ ਥ੍ਰੈਟ ਹੈ ਤੇ ਬਸ ਇਹ ਪਤਾ ਹੋਣਾ ਚਾਹੀਦਾ ਇੰਡੀਆ ਦੀ ਗੱਲ ਕਰੀਏ ਕੇਰਲਾ ਤਾਮਿਲਨਾਡੂ ਤੇ ਕਰਨਾਟਕਾ ਇੱਥੇ ਘੱਟੋ ਘੱਟ 51 ਇਹਦੇ ਅੱਧੇ ਜਿਹੜੇ ਵੀ ਨੇ ਜਿਹੜੇ ਹੋਸਟ ਨੇ 51% ਇੱਥੇ ਦੇ ਹੋਸਟ ਨੇ ਜਿਨ੍ਹਾਂ ਦਾ ਸਕੋਰ ਜਿਹੜਾ ਇਸ 'ਚ ਆ ਜਾਂਦਾ ਹੈ ਨਾ
ਤੇ ਗਲੋਬਲ ਜਿਹੜੇ ਆਪਾਂ ਗੱਲ ਕਰੀਏ ਨੈਸ਼ਨਲ ਜਿਹੜਾ ਇੰਡੀਆ ਦਾ ਨੈਸ਼ਨਲ ਸਟਾਰ ਸਕੋਰ ਹੈ ਇੰਡੀਆ ਦਾ 3.4% ਹੈ। ਦਿਸ ਇਜ਼ ਨਾਟ ਇੰਪੋਰਟੈਂਟ, ਤੁਹਾਨੂੰ ਇੰਪੋਰਟੈਂਟ ਇਹ ਹੈ ਵੀ ਸਟਾਰ ਸਕੋਰ ਤੇ IUCN। ਸਟਾਰ ਸਕੋਰ ਕਿਹਦੇ ਨਾਲ ਜੁੜਿਆ ਹੈ? IUCN ਕੀ ਹੈ ਵੀ ਜਿਹੜੇ ਵੀ ਐਨੀਮਲਸ ਨੇ, ਬਰਡਸ ਨੇ, ਟਰੀਜ਼ ਨੇ, ਉਹਨਾਂ ਦੀ ਇਹ ਕੀ ਕਰਦਾ ਹੈ, ਇੱਕ ਲਿਸਟ ਕੱਢਦਾ ਹੈ ਵੀ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਆ। ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ, ਐਵੇਂ ਯਾਦ ਰੱਖਿਓ। ਇਹਨੂੰ ਆਪਾਂ ਇੰਡੀਆ ਦੇ ਕੰਟੈਕਸਟ ਗੱਲ ਕਰੀਏ, ਇੰਡੀਆ 'ਚ ਕੀ ਹੁੰਦਾ ਹੈ, ਇਹ ਲਿਸਟਾਂ ਆਪਾਂ ਵੀ ਬਣਾਈਆਂ, ਆਪਾਂ ਬਣਾਇਆ ਸ਼ਡਿਊਲ, ਆਪਾਂ ਬਣਾਇਆ ਅਪੈਂਡਿਕਸ। ਆਪਣਾ ਕਿਹੜਾ ਹੈ ਸ਼ਡਿਊਲ? ਆਪਾਂ ਬਣਾਇਆ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ। ਤੁਹਾਨੂੰ ਯਾਦ ਹੈ ਸਟੋਰੀ ਸਲਮਾਨ ਖਾਨ ਤੇ ਕੇਸ ਬਣਿਆ ਸੀ ਇੱਕ? ਹਾਂਜੀ ਸਰ, ਹਾਂਜੀ। ਰਾਜਸਥਾਨ ਦੇ ਵਿੱਚ ਉਹਨੇ ਹਾਂ, shooting ਕੀਤੀ ਸੀ। ਉਹ ਕਿਉਂ ਬਣਿਆ ਸੀ? ਕਿਉਂਕਿ ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ, ਜੀ ਜਿਵੇਂ IUCN ਇੱਕ ਲਿਸਟ ਕੱਢਦਾ ਹੈ, ਅਸੀਂ ਵੀ ਕੱਢੀ ਹੋਈ ਆ। ਸਾਡਾ ਸ਼ਡਿਊਲ ਜਿਹੜੇ ਨੇ ਇਸ ਐਕਟ ਦੇ ਕਾਨੂੰਨ ਹੈ ਸਾਡਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ। ਇਹਦੇ ਤਹਿਤ ਕੀ ਹੈ, ਜਿਹੜਾ ਆਪਾਂ ਸ਼ਡਿਊਲ 1 ਸ਼ਡਿਊਲ 2 ਜੋ ਐਨੀਮਲ ਪਾਤਾ ਉਹਦੀ ਹੰਟਿੰਗ ਕਰਨਾ, ਉਹਦਾ ਸ਼ਿਕਾਰ ਕਰਨਾ, ਉਹਨੂੰ ਸਜ਼ਾ ਮਿਲੇਗੀ। ਤੇ ਬਲੈਕ ਬਕ ਉਸ 'ਚ ਵੀ ਹੈਗਾ। ਤੇ ਅਖਬਾਰ 'ਚ ਕਈ ਵਾਰੀ ਖਬਰ ਆਉਂਦੀ ਰਹਿੰਦੀ ਵੀ ਕਿਹੜਾ ਕਿਹੜਾ ਉਸ 'ਚ ਹੈ। ਉਹ ਜਦ ਖਬਰ ਆਉਂਦੀ ਹੈ ਉਹਨੂੰ ਪੜ੍ਹ ਲਿਆ ਕਰੋ, ਕਈ ਵਾਰੀ ਕੁਐਸਚਨ ਆ ਜਾਂਦਾ ਹੈ ਨਾ। ਤੇ ਹੁਣ ਜਿਹੜਾ ਉਹਨੂੰ ਅਟੈਕ ਕਰੇਗਾ, ਮਾਰੇਗਾ, ਸਰਕਾਰ ਨੂੰ ਸਜ਼ਾ ਦੇਗੀ। ਬਸ ਇਹ ਕਾਰਨ ਸੀਗਾ ਕਿ ਉਸ ਤੇ ਕੇਸ ਬਣਿਆ ਸੀਗਾ। ਤੇ ਉਸ 'ਚ ਉਹ ਵੀ ਲਿਸਟ ਹੈ ਵੀ ਜਿਨ੍ਹਾਂ ਨੂੰ ਮਾਰਨ ਤੇ ਕੋਈ ਪਾਬੰਦੀ ਨਹੀਂ, ਤੁਸੀਂ ਜਿੰਨੇ ਮਰਜ਼ੀ ਮਾਰ ਲਓ, ਕੋਈ ਚੱਕਰ ਨਹੀਂ ਹੈਗਾ। ਠੀਕ ਹੈ। ਹੁਣ ਇਹਦੇ ਨਾਲ ਇੱਕ ਹੋਰ ਚੀਜ਼ ਲਿੰਕ ਹੈ ਵੀ ਉਹ ਚੀਜ਼ਾਂ ਕੁਝ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ, ਸਰਕਾਰ ਨੇ ਕੀ ਕੀਤਾ ਹੈ, ਉਹਨਾਂ ਦੇ ਲਈ ਬਹੁਤ ਸਾਰੇ ਪ੍ਰੋਜੈਕਟ ਚਲਾਏ ਹੋਏ ਹੈ। ਜਿਵੇਂ ਇੱਕ ਪ੍ਰੋਜੈਕਟ ਟਾਈਗਰ ਚਲਾਇਆ ਗਿਆ ਸੀ, ਕਿਉਂਕਿ ਸਰਕਾਰ ਨੂੰ ਲੱਗਿਆ ਟਾਈਗਰ ਜਿਹੜੇ ਖਤਮ ਹੋ ਰਹੇ ਇੰਡੀਆ 'ਚ, ਉਹਨਾਂ ਨੂੰ ਬਚਾਉਣ ਦੀ ਲੋੜ ਹੈ। ਐਵੇਂ ਐਲੀਫੈਂਟਸ, ਪ੍ਰੋਜੈਕਟ ਐਲੀਫੈਂਟ ਚਲਾਇਆ ਗਿਆ। ਕ੍ਰੋਕੋਡਾਈਲਸ, ਪ੍ਰੋਜੈਕਟ ਕ੍ਰੋਕੋਡਾਈਲ ਚਲਾਇਆ ਗਿਆ, 1992 ਚ ਚਲਾਇਆ ਗਿਆ ਸੀ ਜੀ। ਹੁਣ ਫਿਰ ਇੱਕ ਚੀਜ਼ ਹੋਰ ਦੇਖੀ ਗਈ, ਉਹ ਦੇਖੇ ਵਲਚਰਸ ਜਿਹੜੇ ਹੁੰਦੇ ਨੇ, ਗਿੱਧ, ਉਹ ਖਤਮ ਹੋ ਰਹੇ, ਉਹ ਦਿਖਦੇ ਨਹੀਂ। ਫਿਰ ਉਸ ਤੇ ਰਿਸਰਚ ਹੋਈ ਸੀ, ਉਹ ਪਤਾ ਲੱਗਾ, ਇੱਕ ਰਿਪੋਰਟ ਆਈ ਸੀ ਵੀ ਜਿਹੜੇ ਮੱਝਾਂ ਨੂੰ ਟੀਕੇ ਲੱਗਦੇ ਆ, ਗਾਵਾਂ ਟੀਕੇ ਲੱਗਦੇ ਨੇ ਦੁੱਧ ਲਈ, ਹੈਨਾ, ਕੁਝ ਮੈਡੀਸਿਨ ਦਿੰਦੇ ਨੇ, ਉਹਨਾਂ 'ਚ ਇੱਕ ਦਵਾਈ ਹੁੰਦੀ ਹੈ ਡਾਈਕਲੋਫਿਨੈਕ। ਉਹ ਆਪਾਂ ਵੀ ਖਾਂਦੇ ਹੁੰਦੇ ਆ, ਦਰਦ ਦੀ ਦਵਾਈ ਜਿਹੜੀ ਹੁੰਦੀ ਹੈ PCM, ਹੈ ਨਾ, ਉਹ 'ਚ ਹੁੰਦੀ ਹੈ ਦਰਦ ਦੀ ਦਵਾਈ 'ਚ। ਤੇ ਉਹ ਕਹਿੰਦੇ ਉਹ ਜਦ ਟੀਕੇ ਲੱਗਦੇ ਆ ਐਨੀਮਲਸ ਦੇ, ਉਹ ਮਰ ਜਾਂਦੇ ਆ। ਵਲਚਰਸ ਕੀ ਕਰਦੇ ਸੀ, ਉਹਨੂੰ ਖਾਂਦੇ ਸੀ, ਹੈਨਾ, ਐਨੀਮਲ ਨੂੰ। ਹੁਣ ਉਹ ਦਵਾਈ ਉਹਨਾਂ ਦੇ ਅੰਦਰ ਚਲੀ ਗਈ, ਉਹਦੇ ਕਰਕੇ ਉਹਨਾਂ ਦੀ ਕਿਡਨੀਆਂ ਫੇਲ ਹੋ ਗਈਆਂ, ਤੇ ਉਹ ਇਸ ਕਰਕੇ ਵਲਚਰਸ ਹੀ ਮਰ ਗਏ। ਤੇ ਉਹਦੇ ਲਈ ਵੀ ਪਿੰਜੌਰ 'ਚ ਇੱਕ ਬਣਾਇਆ ਹੋਇਆ ਬਰੀਡਿੰਗ ਉਹਦਾ ਸੈਂਟਰ, ਵੀ ਉਹਨਾਂ ਨੂੰ ਆਪਾਂ ਕਿਵੇਂ ਬਚਾਈਏ। ਤੇ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਹੁਣ ਕੁਐਸਚਨ ਇੱਕ ਹੋਰ ਉੱਠਦਾ, ਸਾਨੂੰ ਕੀ ਲੈਣਾ ਬਚਾ ਕੇ? ਜੇ ਵਲਚਰਸ ਮਰਦੇ, ਮਰਨ ਦਿਓ। ਜੇ ਟਾਈਗਰ ਮਰਦਾ ਤਾਂ ਮਰਨ ਦਿਓ, ਜੇ ਕ੍ਰੋਕੋਡਾਈਲ ਮਰਦਾ ਮਰਨ ਦਿਓ। ਸਾਡੇ ਲਈ ਕੀ ਫਾਇਦਾ? ਨਾਲੇ ਕ੍ਰੋਕੋਡਾਈਲ ਸਾਡਾ ਕੀ ਕਰੂਗਾ? ਸਾਨੂੰ ਤਾਂ ਖਾਊਗਾ ਹੀ, ਸਾਨੂੰ ਤਾਂ ਨੁਕਸਾਨ ਹੀ ਕਰੂਗਾ ਜੇ ਚੰਗਾ ਮਰ ਜੇ। ਪਰ ਸਾਇੰਸ ਇਹ ਕਹਿੰਦੀ ਹੈ ਵੀ ਇੱਕ ਇਕੋਲੋਜੀ ਹੈ ਜੀ, ਇੱਕ ਐਨਵਾਇਰਨਮੈਂਟ ਦੇ ਵਿੱਚ ਚੇਨ ਹੈ ਨਾ, ਫੂਡ ਚੇਨ ਜਿਹਨੂੰ ਤੁਸੀਂ ਪੜ੍ਹਿਆ ਹੋਣਾ, ਫੂਡ ਚੇਨ। ਹਾਂਜੀ। ਫੂਡ ਚੇਨ, ਫੂਡ ਵੈਬ। ਚੇਨ ਤਾਂ ਬੇਸਿਕਲੀ ਇੱਕ ਹੋ ਗਈ ਵੀ ਇੱਕ ਜਾਨਵਰ ਦੂਸਰੇ ਨੂੰ ਖਾਂਦਾ, ਦੂਸਰਾ ਤੀਸਰੇ ਨੂੰ ਖਾਂਦਾ, ਇਹ ਚੇਨ ਹੈ। ਪਰ ਕਈ ਵਾਰੀ ਆਪਸ 'ਚ ਵੀ ਇੱਕ ਦੂਸਰੇ ਨੂੰ ਖਾ ਜਾਂਦੇ ਨੇ। ਜਿਵੇਂ ਕਦੇ ਪੇੜ ਨੂੰ ਕੌਣ ਖਾਂਦਾ ਹੈ? ਪਲਾਂਟ ਨੂੰ ਕੌਣ ਖਾਂਦਾ ਹੈ ਜੀ? ਜਿਵੇਂ ਬੱਕਰੀ ਹੋ ਗਈ, ਹੈ ਨਾ, ਗੋਟ, ਤੇ ਇਹਨੂੰ ਕੌਣ ਖਾਂਦਾ ਹੈ ਜੀ? ਇਹਨੂੰ ਕੋਈ ਲਾਇਨ ਖਾ ਜਾਊਗਾ। ਪਰ ਜਿਹੜਾ ਬੰਦਾ ਹੈ, ਹਿਊਮਨ ਹੈ, ਉਹ ਕੀ ਕਰਦਾ ਹੈ? ਉਹ ਪਲਾਂਟ ਨੂੰ ਵੀ ਖਾ ਜਾਂਦਾ ਹੈ ਤੇ ਬੱਕਰੀ ਨੂੰ ਵੀ ਖਾ ਜਾਂਦਾ ਹੈ। ਹੁਣ ਇਹ ਕੀ ਬਣ ਗਿਆ? ਇਹ ਮਿਕਸ ਹੋ ਗਿਆ ਸਾਰਾ, ਇਹਨੂੰ ਕਹਿੰਦੇ ਫੂਡ ਵੈਬ। ਇਹ ਚੇਨ ਤਾਂ ਜੇ ਸਿੰਪਲ ਪਲਾਂਟ, ਗੋਟ ਤੇ ਲਾਇਨ ਤੇ ਜਾਈਏ, ਇਹ ਤਾਂ ਹੋ ਗਈ ਚੇਨ। ਹੁਣ ਇਹ ਬਣ ਗਿਆ ਵੈਬ। ਹੁਣ ਫੂਡ ਵੈਬ ਦੇ ਵਿੱਚ ਤੁਸੀਂ ਇੱਕ ਵੀ ਚੀਜ਼ ਕੱਢੀ, ਪੂਰੀ ਫੂਡ ਵੈਬ ਡਿਸਟਰਬ ਹੁੰਦੀ ਹੈ ਉਹਦੇ ਨਾਲ। ਤੇ ਫੂਡ ਵੈਬ ਡਿਸਟਰਬ ਹੋਇਆ, ਉਹਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜਾ ਅਸਰ ਪੜੇਗਾ, ਉਹ ਸਾਡੇ ਤੇ ਪੜੇਗਾ, ਸਾਡੇ এনवायरमेंट ਤੇ ਪੜੇਗਾ। ਤੇ ਇਸ ਕਰਕੇ ਬੈਟਰ ਹੈ ਉਹਨੂੰ ਬਚਾ ਕੇ ਰੱਖਿਆ ਜਾਵੇ। ਸਿਰਫ ਇਹ ਚੀਜ਼ ਹੈ, ਇਸ ਕਰਕੇ ਆਪਾਂ ਹਰ ਚੀਜ਼ ਨੂੰ ਅੱਜ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਇਹ ਦੇਖੋ, ਅਸੀਂ ਇਹ ਵੀ ਕਹਿੰਦੇ ਹਾਂ ਵੀ ਪਾਣੀ ਪੋਲਿਊਸ਼ਨ ਨਹੀਂ ਕਰਨਾ, ਪਾਣੀ ਨੂੰ ਬਚਾ ਕੇ ਰੱਖੋ, ਪੋਲਿਊਟ ਨਹੀਂ ਹੋਣਾ ਚਾਹੀਦਾ। ਹਵਾ ਦੇ ਲਈ ਆਪਾਂ ਕਾਨੂੰਨ ਬਣਾਤੇ ਕਿ ਹਵਾ ਨੂੰ ਪੋਲਿਊਟ ਨਹੀਂ ਕਰਨਾ। ਇਸ ਕਰਕੇ ਜਿਹਦੇ ਕੋਲ ਪੋਲਿਊਸ਼ਨ ਦਾ ਸਰਟੀਫਿਕੇਟ ਨਾ ਹੋਵੇ, ਗੱਡੀ ਦਾ ਚਲਾਨ ਹੋ ਜਾਂਦਾ ਹੈ। ਕਿਉਂ? ਉਹ ਹਵਾ ਕਿਹਦੀ ਹੈ? ਸਾਨੂੰ ਕੀ ਹੋਇਆ ਜੇ ਹਵਾ ਗੰਦੀ ਹੋ ਗਈ ਤਾਂ? ਉਹ ਕਹਿੰਦੇ ਜੇ ਹਵਾ ਖਰਾਬ ਹੋ ਗਈ, ਜੇ ਹਵਾ ਪੋਲਿਊਟਿਡ ਹੋ ਗਈ, ਤੇ ਅਸੀਂ ਮਾਰੇ ਜਾਵਾਂਗੇ। ਇਸ ਕਰਕੇ ਇਹ ਸਾਰੇ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਨੇਚਰ ਨੂੰ ਜਿਸ ਰੂਪ 'ਚ ਉਹ ਹੈ, ਉਸ ਰੂਪ 'ਚ ਉਹਨੂੰ ਬਚਾ ਕੇ ਰੱਖਿਆ ਜਾਵੇ।
ਇਸੇ ਕਰਕੇ ਜਿਹੜਾ ਜ਼ੂ ਹੈ ਉਹ ਇਸੇ ਕਰਕੇ ਬਣਾਏ ਜਾਂਦੇ ਨੇ ਵੀ ਜਿਹੜੇ ਜਾਨਵਰ ਜੰਗਲ 'ਚ ਨਹੀਂ ਸਰਵਾਈਵ ਕਰ ਸਕਦੇ ਉਹਨਾਂ ਨੂੰ ਆਪ ਪ੍ਰੋਟੈਕਟ ਕਰਕੇ ਰੱਖੀਏ ਆਪਾਂ। ਇਹ ਪਰਪਸ ਹੁੰਦਾ ਹੈ। ਮਤਲਬ ਉਹ ਇੱਕ ਪਾਰਟ ਕਿਹਦਾ, ਜਾਨਵਰਾਂ ਨੂੰ ਪ੍ਰੋਟੈਕਟ ਕਰਨ ਦਾ, ਜਿਹੜਾ ਸਾਡਾ ਕਹਿ ਲਓ ਐਫਰਟ ਹੈ, ਕੋਸ਼ਿਸ਼ ਹੈ, ਉਹਦਾ ਇੱਕ ਪਾਰਟ ਹੈ ਉਹ। ਠੀਕ ਹੈ। ਦੂਸਰਾ ਕਰਦੇ ਕੀ ਅਸੀਂ, ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ ਕੋਈ ਜੰਗਲ ਨੇ ਜਿਨ੍ਹਾਂ ਨੂੰ ਨੈਸ਼ਨਲ ਪਾਰਕ ਕਹਿ ਦਿੰਦੇ ਆ, ਜਿਵੇਂ ਪੰਜਾਬ ਯੂਨੀਵਰਸਿਟੀ ਤੇ ਧਨਾਸ ਦੇ ਵਿੱਚ ਇੱਕ ਜੰਗਲ ਜਿਹਾ ਹੈਗਾ ਹੈ ਨਾ, ਜਿਹੜਾ ਉਹ ਹਾਂਜੀ। ਹਾਂ, ਉਹ ਬੇਸਿਕਲੀ ਕੀ ਹੈ, ਉਹ ਕੰਜ਼ਰਵੇਟਿਵ ਫੋਰੈਸਟ ਹੈ, ਕੰਜ਼ਰਵੇਸ਼ਨ ਫੋਰੈਸਟ। ਉਹਦਾ ਮਤਲਬ ਕੀ ਹੈ ਵੀ ਇਹਨੂੰ ਕੱਟਣਾ ਅਲਾਉਡ ਨਹੀਂ ਅੱਜ ਦੀ ਡੇਟ 'ਚ, ਕਿਉਂਕਿ ਉੱਥੇ ਜਾਨਵਰ ਹੁੰਦੇ ਸੀ ਪਹਿਲਾਂ ਇੱਥੇ। ਹੁਣ ਚੰਡੀਗੜ੍ਹ ਸ਼ਹਿਰ ਬਸ ਗਿਆ, ਜਾਨਵਰ ਕਿੱਥੇ ਜਾਣਗੇ? ਹੁਣ ਜਿਵੇਂ ਜਿਵੇਂ ਅਸੀਂ ਪੇੜ ਕੱਟੀ ਜਾਵਾਂਗੇ ਘਰ ਬਣਾਉਣ ਲਈ, ਉਹ ਜਾਨਵਰ ਨੂੰ ਜਗ੍ਹਾ ਨਹੀਂ ਮਿਲਦੀ ਤੇ ਅਲਟੀਮੇਟਲੀ ਜਾਨਵਰ ਖਤਮ ਹੋ ਜਾਣਗੇ। ਇਸ ਕਰਕੇ ਉਹਨੂੰ ਕੀ ਕਰਤਾ, ਦੋ ਚੀਜ਼। ਪਹਿਲੀ ਗੱਲ, ਪੇੜ ਨੂੰ ਅਸੀਂ ਬਚਾਉਣਾ ਹੈ, ਸਾਡੇ ਲਈ ਜਿਹੜੇ ਫੋਰੈਸਟ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਪਲਾਂਟ ਸਾਨੂੰ ਕੀ ਦਿੰਦੇ, ਆਕਸੀਜਨ। ਅਸੀਂ ਪਲਾਂਟ ਖਤਮ ਕਰਤੇ ਤੇ ਸਾਡੇ ਲਈ ਔਖਾ ਹੋ ਜਾਏਗਾ। ਦੂਸਰਾ, ਅਸੀਂ ਐਨੀਮਲ ਵੀ ਬਚਾ ਕੇ ਰੱਖਣੇ ਆ। ਦੋਨੋਂ ਨੂੰ ਬਚਾਉਣ ਲਈ ਅਸੀਂ ਕੀ ਕਰਤਾ, ਸਰਕਾਰ ਨੇ ਡਿਕਲੇਅਰ ਕਰਤਾ ਵੀ ਆਹ ਜਿਹੜਾ ਫੋਰੈਸਟ ਏਰੀਆ ਹੈ ਇਹ ਕੰਜ਼ਰਵੇਟਿਵ ਫੋਰੈਸਟ ਏਰੀਆ ਹੈ, ਇੱਥੇ ਕਿਸੇ ਨੂੰ ਅਲਾਉਡ ਨਹੀਂ ਹੈ ਪੇੜ ਕੱਟਣਾ, ਇੱਥੇ ਜਾਨਵਰ ਨੂੰ ਮਾਰਨਾ ਸਜ਼ਾ ਮਿਲੇਗੀ ਜੀ ਉਹਨੂੰ। ਇਹ ਗਵਰਨਮੈਂਟ ਦੇ ਸਾਰੀ ਚੀਜ਼ਾਂ ਜੁੜੀਆਂ ਹੋਈਆਂ ਨੇ, ਮਕਸਦ ਇੱਕ ਹੈ, ਪਲਾਂਟ ਨੂੰ, ਐਨੀਮਲ ਨੂੰ, ਜਾਂ ਕਹਿ ਲਓ ਐਨਵਾਇਰਨਮੈਂਟ ਨੂੰ ਬਚਾਉਣਾ। ਤੇ ਇੱਕ ਚੀਜ਼ ਇੱਥੇ ਯਾਦ ਰੱਖੋ ਵੀ ਜਦੋਂ ਆਪਾਂ ਗੱਲ ਕਰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਹਰ ਸਟੇਟ ਦੇ ਵਿੱਚ ਜੰਗਲ ਹੈਗਾ, ਫੋਰੈਸਟ ਕਵਰ ਹੈਗਾ, ਪਰ ਜਿਹੜਾ ਪੰਜਾਬ ਹੈ ਤੇ ਹਰਿਆਣਾ, ਇਹ ਉਹ ਨੇ ਜਿੱਥੇ ਸਭ ਤੋਂ ਘੱਟ ਫੋਰੈਸਟ ਕਵਰੇਜ, 5-6% ਤੋਂ ਵੱਧ ਨਹੀਂ ਹੈਗਾ। ਉਹਦਾ ਕਾਰਨ ਹੈ ਖੇਤੀ। ਖੇਤੀ 'ਚ ਆਪਾਂ ਖੇਤੀ ਕਰਦੇ ਕਰਦੇ ਜੰਗਲ ਬਿਲਕੁਲ ਖਤਮ ਕਰਦੇ ਹਾਂ। ਜਦ ਸਭ ਤੋਂ ਜ਼ਿਆਦਾ ਕਿੱਥੇ ਹੈ, ਮੱਧ ਪ੍ਰਦੇਸ਼ ਦੇ ਵਿੱਚ, ਸਭ ਤੋਂ ਘੱਟ ਕਿੱਥੇ ਹੈ, ਆਪਣਾ ਪੰਜਾਬ ਤੇ ਹਰਿਆਣਾ ਦੇ ਵਿੱਚ। ਰਾਈਟ ਜੀ। ਇਹ ਸਾਰੀ ਡਿਸਕਸ਼ਨ ਹੈ, ਅੱਗੇ ਕਦੇ ਨਾ ਕਦੇ ਪੇਪਰਾਂ 'ਚ ਕੰਮ ਆਊਗੀ ਜੀ, ਤੇ ਇੱਥੇ ਜਿਹੜੀ ਹੋਰ ਨਿਊਜ਼ ਪੜਾਂਗੇ ਹੋ ਸਕਦਾ ਉੱਥੇ ਵੀ ਕੰਮ ਆ ਜਾਏ। ਚੀਜ਼ਾਂ ਆਪਸ 'ਚ ਜੁੜਦੀ ਜਾਣਗੀਆਂ, ਚਿੰਤਾ ਨਾ ਕਰੋ। ਸ਼ੁਰੂ 'ਚ ਲੱਗਦਾ ਕਿ ਐਡੀ ਸਾਰੀ ਨੌਲੇਜ ਆਪਾਂ ਕੀ ਕਰਾਂਗੇ, ਹੌਲੀ ਹੌਲੀ ਸਭ ਸੌਖਾ ਲੱਗਣਾ ਲੱਗ ਜੂ, ਕਿਉਂਕਿ ਲਿੰਕ ਸ਼ੁਰੂ ਹੋ ਜਾਏਗਾ ਤੁਹਾਡਾ ਆਪਸ 'ਚ। ਜਿਹੜੀ ਅੱਜ ਚੀਜ਼ ਪੜ੍ਹ ਰਹੇ ਆ, ਕੱਲ ਨੂੰ ਕੋਈ ਹੋਰ ਨਿਊਜ਼ ਆਏਗੀ ਉਹਦੇ ਨਾਲ ਲਿੰਕ ਹੋ ਜਾਏਗਾ ਜੀ। ਰਾਈਟ। ਰਾਈਟ। ਚਲੋ ਜੀ ਅੱਗੇ ਦੇਖਦੇ ਹਾਂ ਅੱਗੇ ਕੁਐਸਚਨ ਕੀ ਹੈ। ਵਾਈਟਲੇਕ 골ਡ ਅਵਾਰਡ, ਠੀਕ ਹੈ ਜੀ, ਇਹ ਦਿੱਤਾ ਜਾਂਦਾ ਕਿਹੜੇ ਫੀਲਡ ਦੇ ਵਿੱਚ ਦਿੱਤਾ ਜਾਂਦਾ ਹੈ? ਬਹੁਤ ਸਾਰੀ ਚੀਜ਼ਾਂ ਇਹ ਦਿੱਤਾ ਜਾਂਦਾ ਹੈ ਵਾਈਲਡ ਲਾਈਫ ਤੇ ਬਾਇਓਡਾਇਵਰਸਿਟੀ ਦੀ ਕੰਜ਼ਰਵੇਸ਼ਨ ਦੇ ਵਿੱਚ। ਵਾਈਲਡ ਲਾਈਫ ਤਾਂ ਤੁਹਾਨੂੰ ਪਤਾ, ਬਾਇਓਡਾਇਵਰਸਿਟੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਡਾਈਵਰਸਿਟੀ, ਬਾਇਓ ਜਿਹੜੀ ਬਾਇਓਲੋਜੀਕਲ ਚੀਜ਼ਾਂ ਨੇ, ਐਨੀਮਲ ਹੈ ਨਾ, ਪਲਾਂਟਸ ਹੈ, ਇਹ ਬੇਸਿਕਲੀ ਬਾਇਓਸਫੀਅਰ ਦਾ ਪਾਰਟ ਨੇ। ਉਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਡਾਈਵਰਸਿਟੀ। ਜਦੋਂ ਉਹਦੇ ਵਿੱਚ ਡਾਈਵਰਸਿਟੀ ਹੋਗੀ ਬਾਇਓਡਾਇਵਰਸਿਟੀ, ਤੇ ਉਹਨੂੰ ਬਚਾ ਕੇ ਰੱਖਣਾ, ਬਸ ਉਹ ਹੋ ਗਿਆ ਸਾਡਾ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ। ਤੇ ਉਹਦੇ ਲਈ ਮੀਨਸ ਜੋ ਬੰਦਾ ਇਸ ਫੀਲਡ 'ਚ ਕੰਮ ਕਰ ਰਿਹਾ ਹੈ ਉਹਨੂੰ ਅਵਾਰਡ ਦਿੱਤਾ ਜਾਂਦਾ ਹੈ, ਜਾਂ ਏਜੰਸੀ ਹੋਗੀ ਕੋਈ, ਤੇ ਵਾਈਟਲੇਕ 골ਡ ਅਵਾਰਡ। ਇਹ ਕੁਐਸਚਨ ਬਣ ਗਿਆ, ਵਾਈਟਲੇਕ 골ਡ ਅਵਾਰਡ ਕਿਸ ਖੇਤਰ 'ਚ ਦਿੱਤਾ ਜਾਂਦਾ ਹੈ ਜੀ? ਵਾਈਲਡ ਲਾਈਫ ਤੇ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੇ ਵਿੱਚ। ਰਾਈਟ। ਬਸ ਆਹੀ ਲਿਖਿਆ ਹੈ ਵੀ ਜੋ ਬੰਦਾ ਇਸ ਫੀਲਡ 'ਚ ਕੰਮ ਕਰਦਾ ਹੈ ਉਹਨੂੰ ਰਿਕੋਗਨਾਈਜ਼ ਕਰਨ ਲਈ ਅਵਾਰਡ ਦਿੱਤਾ ਜਾਂਦਾ ਹੈ। ਤੇ ਕਿਹਨੂੰ ਦਿੱਤਾ ਗਿਆ? ਚਾਰੂਦੱਤ ਮਿਸ਼ਰਾ। ਆ ਨਾਮ ਯਾਦ ਰੱਖ ਲਓ, ਕੁਐਸਚਨ ਬਣ ਸਕਦਾ ਹੈ। ਕਿਹਦੇ ਲਈ ਫੇਮਸ ਹੈ ਇਹ ਪਰਸਨ? ਸਨੋ ਲੈਪਰਡ ਦੀ ਕੰਜ਼ਰਵੇਸ਼ਨ ਲਈ। ਠੀਕ ਹੈ ਜੀ। ਤੇ 2005 ਵੀ ਅਵਾਰਡ ਮਿਲਿਆ ਸੀ। ਤੇ ਜਿਹੜਾ ਸਨੋ ਲੈਪਰਡ ਟਰਸਟ ਹੈ, ਕੌਣ ਹੈ ਇਹ? ਉਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ। ਇੰਪੋਰਟੈਂਟ ਨਹੀਂ ਹੈ ਸਾਡੇ ਲਈ, ਸਾਡੇ ਲਈ ਇੰਪੋਰਟੈਂਟ ਬੰਦੇ ਦਾ ਨਾਮ ਤੇ ਕਿਸ ਚੀਜ਼ ਦੇ ਨਾਲ ਉਹ ਜੁੜੇ ਹੋਏ ਨੇ। ਬਸ ਅਵਾਰਡ ਹੋ ਗਿਆ, ਪਰਸਨ ਹੋ ਗਿਆ, ਤੇ ਐਨੀਮਲ ਹੋ ਗਿਆ ਕਿਹੜਾ? ਸਨੋ ਲੈਪਰਡ। ਰਾਈਟ। ਚਲੋ ਜੀ ਅੱਗੇ ਇੱਕ ਨਵਾਂ ਜਿਹਾ ਚੀਜ਼ ਹੈ ਨਾ, ਜਿਹੜੀ ਕਿ ਬਹੁਤ ਰੇਅਰ ਅਸੀਂ ਸੁਣਦੇ ਹਾਂ, ਤੇ ਹੈ ਤਾਂ ਵੈਸੇ ਲੀਗਲ ਲਾਅ ਦਾ, ਪਰ ਪੇਪਰ ਦਾ ਇਹ ਜਿਹੇ ਕੁਐਸਚਨ ਆ ਜਾਂਦੇ ਨੇ। ਪੀਪੀਐਸਸੀ ਤਾਂ ਬਹੁਤ ਪੁੱਛਦੀ ਹੈ ਜੇ ਕੁਐਸਚਨ, ਬਾਕੀ ਭਾਵੇਂ ਨਾ ਪੁੱਛੇ। ਮਦਰਾਸ ਹਾਈ ਕੋਰਟ ਨੇ ਕੀ ਕੀਤਾ ਹੈ? ਉਹ ਕਹਿੰਦੇ ਕਿਸੇ ਨੂੰ ਪੇਰੈਂਟਸ ਪੈਟਰੀਆ ਜੂਰਿਸਡਿਕਸ਼ਨ ਡਿਕਲੇਅਰ ਕੀਤਾ ਹੈ। ਇਹਦਾ ਮਤਲਬ ਕੀ ਹੈ? ਲਿਵਿੰਗ ਬੀਇੰਗ, ਮਤਲਬ ਜਿਵੇਂ ਆਪਾਂ ਬੰਦਾ ਹੈ, ਬੰਦੇ ਦੇ ਕੋਈ ਰਾਈਟਸ ਹੁੰਦੇ ਨੇ, ਅਧਿਕਾਰ ਹੁੰਦੇ ਨੇ, ਪਰ ਜਿਹੜੀ ਡੈਡ ਚੀਜ਼ਾਂ ਨੇ, ਡੈਡ ਜਾਂ ਨਾਨ ਐਨੀਮੇਟਡ, ਜਿਵੇਂ ਪਾਣੀ ਹੋ ਗਿਆ, ਨਦੀ ਹੈ, ਪੇੜ ਹੈ, ਉਹ ਕਹਿੰਦੇ ਇਹਨਾਂ ਦੇ ਥੋੜੀ ਕੋਈ ਅਧਿਕਾਰ ਹੁੰਦੇ ਨੇ। ਪਰ ਇੱਥੇ ਕੀਤਾ ਹੈ, ਮਦਰਾਸ ਹਾਈ ਕੋਰਟ ਨੇ ਕਿਹਾ ਹੈ, ਉਹਨੂੰ ਕੀ ਮੰਨਿਆ ਹੈ? ਉਹਨੂੰ ਲਿਵਿੰਗ ਬੀਇੰਗ ਮੰਨਿਆ ਹੈ। ਵੀ ਜਿਵੇਂ ਜਿਉਂਦਾ ਬੰਦਾ ਹੁੰਦਾ ਹੈ, ਇਹ ਵੀ ਜਿਉਂਦਾ ਬੰਦਾ। ਕਿਹਨੂੰ ਮੰਨਿਆ ਹੈ? ਮਦਰ ਨੇਚਰ ਨੂੰ ਮੰਨਿਆ ਜੀ। ਨਾ ਲੈਂਗੁਏਜ ਨੂੰ, ਨਾ ਫੂਡ ਗ੍ਰੇਨ ਨੂੰ, ਐਗਰੀਕਲਚਰ ਲੈਂਡ ਨੂੰ, ਮਦਰ ਨੇਚਰ ਨੂੰ। ਤੇ ਇੱਕ ਪਹਿਲਾਂ ਵੀ ਸੀਗਾ ਵੀ ਨਦੀ ਨੂੰ ਵੀ, ਜਿਵੇਂ ਤੁਸੀਂ ਸੁਣਿਆ ਰਾਮ ਲੱਲਾ, ਜਿਹੜਾ ਅਯੋਧਿਆ ਵਾਲਾ ਮੁੱਦਾ ਸੀ, ਤੇ ਉੱਥੇ ਜਿਹੜਾ
ਜਿਹੜਾ ਕੇਸ ਹੁੰਦਾ ਹੈ ਨਾ, ਉਹ ਕੇਸ ਕੌਣ ਲੜਦਾ ਹੈ? ਉੱਥੇ ਕੋਈ ਬੰਦਾ ਥੋੜੀ ਹੁੰਦਾ ਹੈ। ਬੰਦੇ ਵਕੀਲ ਹੁੰਦਾ ਹੈ, ਪਰ ਕਿਹਦੇ ਲਈ ਲੜਦਾ ਹੈ? ਉਹ ਕਹਿੰਦੇ ਰਾਮ ਲਲਾ ਲਈ। ਰਾਮ ਲਲਾ ਕੌਣ ਹੈ? ਵੀ ਉੱਥੇ ਜਿਹੜੀ ਮੂਰਤੀ ਹੈ ਰਾਮ ਦੀ, ਹੈ ਨਾ, ਉਹ ਰਾਮ ਲਲਾ ਹੈ, ਤੇ ਉਹਨੂੰ ਇੱਕ ਪਰਸਨ ਮੰਨਿਆ ਗਿਆ ਹੈ, ਲਿਵਿੰਗ ਬਿੰਗ, ਹੈ ਨਾ। ਤਾਂ ਜੋ ਇੱਕ ਬੰਦੇ ਦੇ ਰਾਈਟਸ ਹੈ ਉਹਨੂੰ ਦਿੱਤੇ ਗਏ ਨੇ। ਇਹ ਬੇਸਿਕਲੀ ਤਰੀਕਾ ਹੁੰਦਾ ਆਪਣਾ। ਆਪਾਂ ਮਦਰ ਨੇਚਰ ਨੂੰ ਕਹਤਾ ਪੇਰੈਂਟਸ ਪੈਟਿਆ ਜੁਰਿਸਡਿਕਸ਼ਨ। ਇਹ ਚੀਜ਼ ਪਤਾ ਹੋਣੀ ਚਾਹੀਦੀ ਬਸ। ਅੱਗੇ ਚੱਲਦੇ ਹਾਂ ਜੀ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਕਦੋਂ ਲਾਂਚ ਕੀਤੀ ਗਈ ਸੀ? ਇਹ ਸਾਲ 2016 ਦੀ ਸਕੀਮ ਹੈ ਜੀ। ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਪਤਾ ਹੋਣਾ ਚਾਹੀਦਾ। ਨਾਮ ਸੁਣਿਆ ਇਹਦਾ ਕਦੇ? ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਾਂ ਸਾਰਿਆਂ ਨੇ ਸੁਣਿਆ ਹੁੰਦਾ ਮੇਰੇ ਖਿਆਲ ਨਾਲ। ਤੇ ਕੁਐਸਚਨ ਆ ਜਾਂਦਾ ਵੀ ਇਹ ਸਕੀਮ ਕਿਸ ਚੀਜ਼ ਨਾਲ ਜੁੜੀ ਹੋਈ ਹੈ? ਐਨੀ ਆਈਡੀਆ? ਜਿਹੜੇ ਗੈਸ ਸਿਲੰਡਰ ਵਗੈਰਾ ਦਿੱਤੇ ਹਾਂਜੀ ਸੀਗੇ, ਹਾਂ। ਹੁਣ ਦੇਖੋ ਉਹੀ ਮੋਟਾ ਜਿਹੜੇ ਮੋਟਾ, ਬਿਲਕੁਲ ਬਿਲकुल ਠੀਕ ਹੈ। ਹੁਣ ਮੋਟਾ ਮੋਟਾ ਤੁਹਾਨੂੰ ਪਤਾ ਹੈ। ਹੁਣ ਇੱਥੇ ਕੁਐਸਚਨ ਚ ਕਨਫਿਊਜ਼ਨ ਹੋ ਜਾਂਦੀ ਹੈ, ਬਸ ਉਹ ਧਿਆਨ ਰੱਖਿਓ। ਹੁਣ ਇਹਦਾ ਤੁਹਾਨੂੰ ਪਤਾ ਲੱਗਿਆ ਵੀ ਕਦੋਂ ਲਾਂਚ ਹੋਈ ਸੀ। ਪ੍ਰਧਾਨ ਮੰਤਰੀ ਉਜਵਲਾ ਯੋਜਨਾ PMUY 2016 ਦੀ ਹੈ, ਯੂਪੀ ਤੋਂ ਸਟਾਰਟ ਹੋਈ ਸੀ। ਫ੍ਰੀ ਸਿਲੰਡਰ ਦੇਣੇ ਹੈ ਕਿਹਨੂੰ? BPL ਪਰਿਵਾਰ ਨੂੰ। ਇਹ ਹੈ ਫ੍ਰੀ ਸਿਲੰਡਰ BPL ਪਰਿਵਾਰ ਨੂੰ। ਇਹ ਤਰੀਕਾ ਸੀਗਾ, ਹੈ ਨਾ। ਚਲੋ ਜੀ। ਇੱਕ ਹੈ ਕਿ ਆਯੁਸ਼ਮਾਨ ਭਾਰਤ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਕੁਐਸਚਨ ਬਣਦਾ ਵੀ ਹੈ, ਨਹੀਂ ਵੀ ਬਣਦਾ, ਪਰ ਕੁਐਸਚਨ ਆ ਸਕਦਾ ਹੈ। ਮੁੱਦਾ ਇਹ ਹੈ, ਇਹ ਪਤਾ ਵੀ ਇਹ ਆਯੁਸ਼ਮਾਨ ਭਾਰਤ ਕੀ ਹੈ। ਭਾਰਤ ਤਾਂ ਸਾਨੂੰ ਪਤਾ ਹੈ, ਆਯੁਸ਼ਮਾਨ ਭਾਰਤ ਕੀ ਹੈ, ਤੇ ਤਾਂ ਹੀ ਦਿਵਸ ਮਨਾ ਰਹੇ ਹਾਂ। 30 ਅਪ੍ਰੈਲ ਨੂੰ ਮਨਾਇਆ ਜਾਂਦਾ ਜੀ ਆਯੁਸ਼ਮਾਨ ਭਾਰਤ ਦਿਵਸ। ਪਰ ਹੈ ਕਿਉਂ ਆਯੁਸ਼ਮਾਨ ਭਾਰਤ? ਆਯੁਸ਼ਮਾਨ ਤਾਂ ਤੁਸੀਂ ਵੈਸੇ ਸੁਣਿਆ ਨਾ, ਹੈਲਥ ਡਿਪਾਰਟਮੈਂਟ ਦਾ ਬੇਸਿਕਲੀ, ਤੇ ਗਵਰਨਮੈਂਟ ਦੀ ਕੀ ਹੈ? ਹੈਲਥ ਕੇਅਰ ਸਕੀਮ ਹੈ। ਵੀ ਲੋਕਾਂ ਦੀ ਜਿਹੜੀ ਸਿਹਤ ਹੈ, ਲੋਕਾਂ ਦੀ ਹੈਲਥ ਹੈ, ਉਹਨੂੰ ਧਿਆਨ ਚ ਰੱਖਿਆ ਜਾਵੇ, ਉਸ ਤੇ ਕੰਮ ਕੀਤਾ ਜਾਵੇ। ਉਹਨਾਂ ਨੂੰ ਜਿਹੜੀ ਮੈਡੀਕਲ ਫੈਸਿਲਿਟੀਜ਼ ਹੈ, ਹੈਲਥ ਫੈਸਿਲਿਟੀਜ਼ ਹੈ, ਉਹ ਪ੍ਰੋਵਾਈਡ ਕਰਵਾਈਆਂ ਜਾਣ। ਕਿਉਂ ਕਰਵਾਈਆਂ ਜਾਣ? ਕਿਉਂਕਿ ਜੇ ਹੈਲਥ ਠੀਕ ਨਹੀਂ ਹੈ ਤੇ ਬੰਦਾ ਕੰਮ ਨਹੀਂ ਕਰ ਸਕਦਾ, ਤੇ ਇੰਡੀਆ ਜਿੰਨੀ ਪੋਪੂਲੇਸ਼ਨ ਹੈ, ਜੇ ਉਹ ਕੰਮ ਨਹੀਂ ਕਰ ਸਕਦੀ, ਫਿਰ ਉਹਦਾ ਫਾਇਦਾ ਕੀ ਹੈ? ਫਿਰ ਉਹ ਵੇਸਟ ਇੰਡੀਆ ਦੀ ਪੋਪੂਲੇਸ਼ਨ, ਹੈ ਨਾ। ਤੇ ਇਸ ਕਰਕੇ ਵੀ ਤਾਂ ਕਿ ਲੋਕੀ ਜਾਗਰੂਕ ਹੋਣ। ਜਾਗਰੂਕ ਕਿਵੇਂ ਕਰਦੇ ਆ? ਜਦ ਆਪਾਂ ਕਿਸੇ ਚੀਜ਼ ਨੂੰ ਮਨਾਉਂਦੇ, ਜਿਵੇਂ ਬਰਥਡੇ ਮਨਾਉਂਦੇ ਆ, ਬਰਥਡੇ ਮਨਾਉਣ ਨਾਲ ਯਾਦ ਰਹਿੰਦਾ ਵੀ ਚਲੋ ਜਨਮ ਦਿਨ ਆ ਗਿਆ, ਆਪਾਂ ਇੰਨੇ ਸਾਲ ਦੇ ਹੋ ਗਏ। ਬਰਥਡੇ ਮਨਾਉਣਾ ਛੱਡ ਦੋ, ਪਤਾ ਨਹੀਂ ਰਹਿੰਦਾ ਬੰਦੇ ਨੂੰ ਫਿਰ ਕੀ ਹੋਇਆ, ਕਿਵੇਂ ਕਿੰਨਾ ਨਹੀਂ ਹੋਇਆ। ਠੀਕ ਹੈ। ਤੇ ਇਹਦਾ ਵੀ ਪਰਪਸ ਕੀ ਹੈ? ਲੋਕਾਂ 'ਚ ਅਵੇਅਰਨੈਸ ਫੈਲਾਉਣਾ। ਕਿਹੜੇ ਲੋਕਾਂ 'ਚ? ਖਾਸ ਕਰ ਜਿਹੜੇ ਰੂਰਲ ਏਰੀਆ ਦੇ, ਪਿੰਡਾਂ ਦੇ ਲੋਕ ਨੇ, ਉਹਨਾਂ ਦੇ ਵਿੱਚ ਕੀ ਜਿਹੜੀ ਹੈਲਥ ਕੇਅਰ ਸਕੀਮ ਹੈ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਦੇਣਾ, ਦੱਸਣਾ ਉਹਨਾਂ ਨੂੰ। ਠੀਕ ਹੈ ਜੀ। ਤੇ ਕਿਸ ਪਰਪਸ ਨਾਲ, ਇਹ ਕਿਸ ਬੇਸ ਤੇ ਸ਼ੁਰੂ ਕੀਤਾ ਗਿਆ ਸੀ? ਯੂਨੀਵਰਸਲ ਹੈਲਥ ਕਵਰੇਜ। ਆਪਣੇ ਇੰਡੀਆ 'ਚ ਇਹ ਚੀਜ਼ ਨਹੀਂ ਸੀਗੀ ਕਿ ਜਿੰਨੇ ਵੀ ਇੰਡੀਅਨਸ ਨੇ ਉਹ ਕਵਰ ਹੁੰਦੇ ਨਹੀਂ ਹੁੰਦੇ। ਆਪਾਂ ਚਾਹੁੰਦੇ ਵੀ ਉਹਨਾਂ ਨੂੰ ਕਵਰ ਕੀਤਾ ਜਾਵੇ। ਕਿਉਂ ਕੀਤਾ ਜਾਵੇ? ਕਿਉਂਕਿ SDG 3 ਹੈ। ਵਟ ਇਜ਼ SDG? UNSDG। ਇਹ ਤੁਹਾਨੂੰ ਥੋੜੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ। UN ਤਾਂ ਤੁਹਾਨੂੰ ਪਤਾ ਹੈ, ਯੂਨਾਈਟਿਡ ਨੇਸ਼ਨਸ, ਸੁਣਿਆ ਹੋਣਾ ਸਾਰਿਆਂ ਨੇ। SDG ਕੀ ਹੈ? ਤੇ 3 SDG ਉਹ ਕਹਿੰਦੇ ਜਿਹੜੀ ਸਾਡਾ এনवायरमेंट ਹੈ, ਸਾਡੀ ਲਾਈਫ ਹੈ, ਉਹ ਜ਼ਿਆਦਾ ਦਿਨ ਤੱਕ ਨਹੀਂ ਟਿਕ ਸਕਦੀ। ਜੋ ਅੱਜ ਦੀ ਡੇਟ 'ਚ ਆਪਾਂ ਕਰ ਰਹੇ ਹਾਂ ਨਾ, ਆਪਾਂ ਕੀ ਕਰਦੇ ਹਾਂ? ਆਪਾਂ ਫੈਕਟਰੀ ਲਗਾ ਰਹੇ ਹਾਂ, ਉਹਦੇ ਨਾਲ ਕੀ ਹੋ ਰਿਹਾ? ਪੋਲਿਊਸ਼ਨ ਹੋ ਰਿਹਾ ਹੈ। ਆਪਾਂ ਪਾਣੀ ਜ਼ਿਆਦਾ ਖਰਚ ਕਰ ਰਹੇ ਹਾਂ ਕਿਉਂਕਿ ਐਗਰੀਕਲਚਰ ਜ਼ਿਆਦਾ ਕਰ ਰਹੇ ਹਾਂ, ਇੰਡਸਟਰੀ ਲੱਗ ਰਹੀ, ਉਸ 'ਚ ਪਾਣੀ ਚਾਹੀਦਾ ਹੈ, ਪੋਪੂਲੇਸ਼ਨ ਵਧ ਰਹੀ ਹੈ, ਪਾਣੀ ਚਾਹੀਦਾ ਹੈ। ਜਾਂ ਤਾਂ ਪਾਣੀ ਦੀ ਘਾਟ ਹੋ ਰਹੀ ਹੈ, ਸਕੈਰਸਿਟੀ ਹੋ ਰਹੀ ਹੈ, ਜਾਂ ਪਾਣੀ ਗੰਦਾ ਹੋ ਰਿਹਾ, ਪੋਲਿਊਟਿਡ ਹੋ ਰਿਹਾ ਹੈ। ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਇਹ ਹੋਏਗਾ ਵੀ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨਸ ਹੋਣਗੀਆਂ ਅੱਗੇ ਦੀਆਂ, ਉਹਨਾਂ ਵਾਸਤੇ ਕੁਝ ਨਹੀਂ ਬਚੇਗਾ। ਨਾ ਸਾਫ਼ ਪਾਣੀ ਬਚੇਗਾ, ਨਾ ਸਾਫ਼ ਹਵਾ ਬਚੇਗੀ। ਜਿਹੜੇ ਗੈਸ ਹੈ, ਤੇਲ ਹੈ, ਕੋਇਲਾ ਹੈ, ਇਹ ਕੁਝ ਨਹੀਂ ਬਚੇਗਾ। ਇਹਨੂੰ ਕਹਿੰਦੇ ਵੀ ਆਪਾਂ ਜੋ ਚੀਜ਼ਾਂ ਯੂਜ਼ ਕਰੇ ਉਹ ਸਸਟੇਨ ਨਹੀਂ ਹੋ ਪਾਏਗੀ, ਤੇ ਉਸ ਕਰਕੇ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਸਸਟੇਨ ਨਹੀਂ ਹੋ ਪਾਏਗੀ। ਉਹਨੂੰ ਸਸਟੇਨੇਬਲ ਬਣਾਉਣਾ ਹੈ ਤੇ ਸਾਨੂੰ ਕੁਝ ਟਾਰਗੇਟ ਰੱਖਣੇ ਪਏ, ਗੋਲ ਬਣਾਉਣੇ ਪਏ। ਬਸ ਇਹੀ ਮਤਲਬ ਇਹਦਾ, ਸਸਟੇਨੇਬਲ ਡਿਵੈਲਪਮੈਂਟ ਗੋਲਸ। ਸਸਟੇਨੇਬਲ ਡਿਵੈਲਪਮੈਂਟ ਤੇ ਗੋਲ, ਟੋਟਲ 17 ਗੋਲ ਬਣਾਏ ਨੇ ਕਿਨੇ? UNO ਨੇ, ਯੂਨਾਈਟਿਡ ਨੇਸ਼ਨਸ ਜਿਹੜਾ ਹੈਗਾ ਉਹਨੇ ਬਣਾਏ ਸੀਗੇ ਕਿ ਆਪਾਂ ਹਰ ਚੀਜ਼ ਨੂੰ ਐਵੇਂ ਯੂਜ਼ ਕਰਾਂਗੇ ਤਾਂ ਕਿ ਅਸੀਂ ਤਾਂ ਯੂਜ਼ ਕਰੀਏ ਆਪਣੀ ਗਰੋਥ ਲਈ, ਸਾਡੇ ਜਿਹੜੇ ਫਿਊਚਰ ਜਨਰੇਸ਼ਨਸ ਹੈ ਉਹ ਵੀ ਯੂਜ਼ ਕਰ ਸਕਣ। ਬਸ ਆਹੀ ਹੈ। ਤੇ ਹੈਲਥ ਉਹਨਾਂ ਚੋਂ ਇੱਕ ਹੈ ਵੀ ਹੈਲਥ ਠੀਕ ਹੋਏਗੀ,
ਪਾਵਰਟੀ ਖਤਮ ਹੈ। ਮੁੱਦਾ ਕੀ ਸੀ ਕਿ ਹੰਗਰ ਨੂੰ ਖਤਮ ਕਰਨ ਦਾ। ਕਹਿੰਦੇ ਹੰਗਰ ਤਾਂ ਖਤਮ ਹੋਏਗੀ ਜੇ ਤੁਸੀਂ ਗਰੀਬ ਨਹੀਂ ਹੋ। ਗਰੀਬ ਤੇ ਹੈਲਥ ਦਾ ਲਿੰਕੇਜ ਹੈ, ਬਿਲਕੁਲ ਹੈ। ਕਹਿੰਦੇ ਜਿਹੜੇ ਗਰੀਬ ਨੇ ਉਹ ਜ਼ਿਆਦਾ ਬਿਮਾਰ ਰਹਿੰਦੇ ਨੇ ਤੇ ਉਹ ਸਾਈਕਲ ਬਣ ਜਾਂਦਾ ਹੈ। ਅਮੀਰ ਘੱਟ ਬਿਮਾਰ ਹੁੰਦੇ ਨੇ ਤੇ ਇਸ ਕਰਕੇ ਉਹ ਵਧੀਆ ਐਜੂਕੇਸ਼ਨ ਵੱਲ ਫੋਕਸ ਕਰ ਸਕਦੇ ਨੇ, ਵਧੀਆ ਨੌਕਰੀ ਵੀ ਮਿਲ ਜਾਂਦੀ ਹੈ ਉਹਨਾਂ ਨੂੰ। ਗਰੀਬ ਆਪਣਾ ਬਿਮਾਰੀ 'ਚ ਰਹਿ ਜਾਂਦਾ ਹੈ, ਉਹ ਕੁਝ ਨਹੀਂ ਕਰ ਸਕਦਾ। ਇਹ ਚੀਜ਼ ਹੈ ਬੇਸਿਕਲੀ। ਬਾਕੀ ਇੱਥੇ ਕੁਝ ਕਰਨ ਦੀ ਲੋੜ ਨਹੀਂ ਹੈ ਜੀ। ਠੀਕ ਹੈ। ਅੱਗੇ ਇਹ ਜਿਹੇ ਹਾਂਜੀ ਕੁਝ, ਹਾਂ ਅੱਗੇ ਇਹ ਜਿਹੇ ਕੁਐਸਚਨ ਬਹੁਤ ਸਾਰੇ ਆ ਜਾਂਦੇ ਨੇ। ਇਹ ਕੀ ਹੈ? ਵਰਲਡ ਪ੍ਰੈਸ ਫਰੀडम ਇੰਡੈਕਸ ਹੈ, ਉਸ 'ਚ ਇੰਡੀਆ ਦਾ ਰੈਂਕ ਕਿੰਨਾ ਹੈ? ਇਹ ਅੱਜ ਕੱਲ ਕੀ ਹੈ, ਪਹਿਲਾਂ ਹੁੰਦਾ ਸੀ ਬਸ ਇਹ ਦੇਖਦੇ ਸੀ ਵੀ ਪੋਪੂਲੇਸ਼ਨ ਵਾਈਜ਼ ਰੈਂਕਿੰਗ ਕੀ ਹੈ ਕੰਟਰੀਜ਼ ਦੀ, ਉਹ ਜ਼ਮਾਨੇ ਗਏ। ਅੱਜ ਜਿਹੜੀ ਸੁਸਾਇਟੀ ਹੈ ਉਹ ਇੰਨੀ ਐਡਵਾਂਸ ਹੋ ਚੁੱਕੀ ਹੈ। ਅੱਜ ਛੋਟੀ ਛੋਟੀ ਚੀਜ਼ਾਂ ਦਾ ਰੈਂਕਿੰਗ ਹੁੰਦੀ ਹੈ ਵੀ ਕੌਣ ਦੇਖਦਾ ਇਸ 'ਚ ਸਭ ਤੋਂ ਵਧੀਆ ਕਿਹੜਾ ਹੈ। ਇੱਥੇ ਤੱਕ ਹੈ ਜਿਵੇਂ ਇਨੋਵੇਸ਼ਨ ਇੰਡੈਕਸ ਵੀ ਹੈ ਨਾ। ਅੱਜ ਕੱਲ ਤਾਂ ਪਾਸਪੋਰਟ ਕਰਕੇ ਉਹਦੇ ਵੀ ਇੰਡੈਕਸ ਬੜੇ ਹੋਏ ਨੇ ਵੀ ਕਿਹਦਾ ਪਾਸਪੋਰਟ ਸਭ ਤੋਂ ਵਧੀਆ ਕੰਟਰੀ ਦਾ। ਇਹ ਹੈ ਪ੍ਰੈਸ ਫਰੀडम ਵੀ ਕਿਹੜੇ ਮੁਲਕ 'ਚ ਆਜ਼ਾਦੀ ਕਿੰਨੀ ਹੈ ਪ੍ਰੈਸ ਵਾਲਿਆਂ ਨੂੰ। ਤੇ ਉਸ 'ਚ ਇੰਡੀਆ ਦਾ ਜਿਹੜਾ ਰੈਂਕ ਹੈ ਉਹ 150ਵਾਂ ਹੈ। ਮਤਲਬ ਹਾਲਤ ਬੁਰੀ ਹੈ ਹਿੰਦੁਸਤਾਨ ਦੀ ਵੀ ਹਿੰਦੁਸਤਾਨ 'ਚ ਪ੍ਰੈਸ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ। ਇਹ ਕੁਐਸਚਨ ਹੋ ਗਿਆ। ਠੀਕ ਹੈ ਜੀ। ਤੇ ਪਿਛਲੀ ਵਾਰ ਕਿੰਨਾ ਸੀ? 142 ਸੀ। ਮਤਲਬ ਬਹੁਤ ਇੰਪਰੂਵ ਕਰ ਲਿਆ ਨੈਗੇਟਿਵ ਪਾਸੇ ਨੂੰ। ਫਸਟ ਕੌਣ ਹੈ? ਫਸਟ ਹੈ ਨਾਰਵੇ, ਸੈਕਿੰਡ ਹੈ ਡੈਨਮਾਰਕ, ਤੀਸਰਾ ਹੈ ਸਵੀਡਨ। ਤੇ ਤਿੰਨੋਂ ਕੰਟਰੀ ਨਾ ਇਕੱਠੇ ਹੈ। ਕਿੱਥੇ ਹੈ? ਇੰਗਲੈਂਡ ਦੇ ਥੋੜਾ ਜਿਹਾ ਨਾਰਥ 'ਚ ਜਾਓਗੇ ਨਾ, ਨਾਰਥ ਈਸਟ ਵੱਲ, ਇੰਗਲੈਂਡ ਦੇ ਉੱਪਰ ਨੂੰ ਨੇ ਨਾਰਵੇ, ਸਵੀਡਨ ਤੇ ਫਿਨਲੈਂਡ ਇਕੱਠੇ 3 ਕੰਟਰੀ ਨੇ। ਤੇ ਇੱਥੇ ਜਿਹੜੀ ਪ੍ਰੈਸ ਹੈ ਉਹਨੂੰ ਪੂਰੀ ਆਜ਼ਾਦੀ ਹੈ, ਕੁਝ ਵੀ ਲਿਖੇ ਕੁਝ ਵੀ ਬੋਲੇ ਕੋਈ ਚੱਕਰ ਨਹੀਂ ਹੈ। ਤੇ ਸਭ ਤੋਂ ਥੱਲੇ ਕੌਣ ਹੈ? ਸਭ ਤੋਂ ਥੱਲੇ ਨਾਰਥ ਕੋਰੀਆ, ਉਹ ਕਿਮ ਜੋਂਗ ਉਨ ਵਾਲਾ, ਉਹ ਸਾਰਿਆਂ ਨੂੰ ਪਤਾ ਹੋਏਗਾ। ਉਹ ਬਿਲਕੁਲ ਲਾਸਟ ਹੈ 180। ਯਾਨੀ ਕਿ ਇੰਡੀਆ ਦਾ ਰੈਂਕ ਕਿੰਨਾ ਹੈ? 180 ਕੰਟਰੀ ਚੋਂ ਇੰਡੀਆ 150ਵੇਂ ਰੈਂਕ ਤੇ ਹੈ। ਥੱਲਿਓਂ 30ਵਾਂ ਨੰਬਰ ਹੈ, 31ਵਾਂ। ਤੇ ਮਤਲਬ ਮਾੜਾ ਹੀ ਹਾਲ ਹੈ। ਚਲੋ ਰੱਬ ਕਰੇ ਵਧੀਆ ਹੋਵੇ, ਪਰ ਇੱਕ ਕੁਐਸਚਨ ਬਣ ਜਾਂਦਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੀ। ਚਲੋ ਉਸ ਤੋਂ ਬਾਅਦ ਇਹ ਕੁਐਸਚਨ ਬਹੁਤ ਵਧੀਆ ਹੈ। ਇਹ ਅਜੀਬ ਜਿਹੇ ਕੁਐਸਚਨ ਹੁੰਦੇ ਆ, ਪਤਾ ਨਹੀਂ ਲੱਗਦਾ। ਪ੍ਰੋਜੈਕਟ 75 ਕੀ ਹੈ? ਜਾਂ P75I ਜਾਂ ਪ੍ਰੋਜੈਕਟ 75 ਇੰਡੀਆ, ਇਹ ਕਿਹਦੇ ਨਾਲ ਜੁੜਿਆ ਹੋਇਆ ਹੈ? ਇਹ ਪਹਿਲੀ ਗੱਲ ਤਾਂ ਜਿਹੜੀ ਮਿਲਟਰੀ ਆਰਮੀ ਕਹਿ ਲਓ, ਆਰਮਡ ਫੋਰਸਿਸ, ਉਹਦੇ ਨਾਲ ਜੁੜਿਆ। ਉਸ ਚੋਂ ਕਿਹੜੇ ਵਿੰਗ ਨਾਲ ਜੁੜਿਆ ਹੋਇਆ? ਇਹ ਨੇਵੀ ਨਾਲ। ਬੇਸਿਕਲੀ ਕੁਝ ਨਾ ਅਸੀਂ ਸਬਮਰੀਨਸ ਬਣਾਉਣੀ ਹੈ ਤੇ ਉਹਦੇ ਕੋਡ ਨੇਮ ਦਿੱਤਾ ਹੈ ਗਵਰਨਮੈਂਟ ਨੇ, ਪ੍ਰੋਜੈਕਟ 75। ਸੋ ਆ ਕੀ ਹੈ? ਸਬਮਰੀਨਸ ਫॉर द ਇੰਡੀਅਨ ਨੇਵੀ। ਉਹਦਾ ਕੋਡ ਨੇਮ ਕੀ ਹੈ? P75 ਇੰਡੀਆ। ਇਹ ਕੁਐਸਚਨ ਬਣ ਜਾਂਦਾ, ਇਹਨੂੰ ਯਾਦ ਰੱਖਿਓ ਬਸ। ਤੇ ਸਬਮਰੀਨ ਆਬਵੀਅਸਲੀ ਨੇਵੀ ਦੀ ਹੋਏਗੀ, 에ਅਰ ਫੋਰਸ ਦੀ ਸਬਮਰੀਨ ਹੋ ਨਹੀਂ ਸਕਦੀ ਜੀ। ਠੀਕ ਹੈ। ਚਲਿए ਆ ਕੁਐਸਚਨ ਬਣਦਾ ਹੈ, ਕਾਦਰੀ ਲੇਪਾਕਸ਼ੀ 1812 ਆਬਵੀਅਸ ਹੈ ਕਿਸੇ ਫਸਲ ਦੀ ਇੱਕ ਵੈਰਾਈਟੀ ਹੋਏਗੀ, ਬੀਜ ਹੋਏਗਾ ਨਵਾਂ। ਕਿਹਦਾ ਇਹ? ਇਹ ਮੂੰਗਫਲੀ ਦਾ ਹੈ ਜੀ, ਗਰਾਊਂਡ ਨਟ ਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ। ਨਿਊਜ਼ ਹੈ ਤੇ ਕੁਐਸਚਨ ਬਣ ਸਕਦਾ ਹੈ ਨਾ। ਤੇ ਇਹਦੀ ਖਾਸ ਗੱਲ ਕੀ ਹੈ? ਖਾਸ ਗੱਲ ਇਹ ਹੈ ਡਰਾਟ ਰੈਜ਼ਿਸਟੈਂਟ ਐਂਡ ਆਲਸੋ ਵਿਦਸਟੈਂਡ ਇਨੰਡੇਸ਼ਨ। ਹੁਣ ਇਹ ਵਰਡ ਦੋਨੇ ਸ਼ਾਇਦ ਤੁਸੀਂ ਨਹੀਂ ਸੁਣੇ ਹੋਣੇ। ਡਰਾਟ ਰੈਜ਼ਿਸਟੈਂਟ ਤਾਂ ਸ਼ਾਇਦ ਤੁਸੀਂ ਸਮਝਦੇ ਹੋਵੋਗੇ ਜੀ। ਐਨੀ ਆਈਡੀਆ ਅਬਾਊਟ ਦ ਡਰਾਟ ਰੈਜ਼ਿਸਟੈਂਟ? ਨਹੀਂ ਸਰ। ਓਕੇ। ਚਲੋ ਹੁਣ ਜੇ ਕੋਈ ਨਵਾਂ ਬੀਜ ਕੱਢਿਆ ਉਹਨਾਂ ਨੇ, ਇਹਦਾ ਮਤਲਬ ਖਾਸੀਅਤ ਇਹ ਹੈ, ਦੇਖੋ ਆਪਣੇ ਇੰਡੀਆ 'ਚ ਦੋ ਚੀਜ਼ਾਂ ਨੇ, ਜਾਂ ਤਾਂ ਪਾਣੀ ਬਹੁਤ ਘੱਟ ਹੈ, ਇਹ ਬਹੁਤ ਜ਼ਿਆਦਾ ਹੋ ਜਾਂਦਾ ਹੈ, ਫਲੱਡ ਆ ਜਾਂਦਾ ਹੈ। ਉਹ ਕਹਿੰਦੇ ਦੋਨੇ ਚੀਜ਼ਾਂ ਨੂੰ ਬਰਦਾਸ਼ਤ ਕਰ ਲੇਗਾ। ਜੇ ਅਕਾਲ ਪੈਂਦਾ, ਡਰਾਟ ਆਉਂਦਾ ਹੈ, ਮੀਂਹ ਨਹੀਂ ਪੈਂਦਾ ਤਾਂ ਕੀ ਹੋਏਗਾ? ਡਰਾਟ ਰੈਜ਼ਿਸਟੈਂਟ ਪੈਦਾ ਹੋ ਜਾਂਦੀ ਹੈ ਇਹਦੇ ਅੰਦਰ। ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਾ, ਇਹ ਫੇਰ ਵੀ ਉਗ ਜਾਏਗਾ। ਇਟ ਕੈਨ ਆਲਸੋ ਵਿਦਸਟੈਂਡ ਇਨੰਡੇਸ਼ਨ। ਇਨੰਡੇਸ਼ਨ ਮਤਲਬ ਕੀ ਹੈ? ਪਾਣੀ ਭਰ ਜਾਣਾ ਕਿਤੇ, ਫਲੱਡ, ਫਲੱਡ ਕਹਿ ਸਕਦੇ ਆ। ਜਾਂ ਜਿਵੇਂ ਪਾਣੀ ਖੜ ਜਾਂਦਾ ਨਾ ਕਿਤੇ ਬਾਰਿਸ਼ ਤੋਂ ਬਾਅਦ, ਉਹਨੂੰ ਇਨੰਡੇਸ਼ਨ ਕਹਿੰਦੇ। ਖੇਤਾਂ 'ਚ ਪਾਣੀ ਖੜ ਗਿਆ 15 ਦਿਨ, ਇਨੰਡੇਸ਼ਨ ਹੋ ਗਈ ਜੀ ਖੇਤਾਂ 'ਚ। ਤੇ ਇਹ ਉਹਨੂੰ ਵੀ ਬਰਦਾਸ਼ਤ ਕਰ ਸਕਦਾ ਹੈ, ਜੇ ਸੁੱਕਾ ਪੈ ਗਿਆ ਤੇ ਉਹਨੂੰ ਵੀ ਬਰਦਾਸ਼ਤ ਕਰ ਸਕਦਾ ਹੈ। ਇਹ ਇਹਦੀ ਖਾਸੀਅਤ ਹੈ, ਬਸ ਇਹ ਪਤਾ ਹੋਣਾ ਚਾਹੀਦਾ ਜੀ। ਠੀਕ ਹੈ ਜੀ। ਚਲੋ ਇਹ ਕੁਐਸਚਨ ਇਹ ਤਾਂ ਆਮ ਆ ਜਾਂਦਾ, ਸਪੋਰਟਸ ਦਾ ਹੈ। ਖੇਲੋ ਇੰਡੀਆ ਯੂਨੀਵਰਸਿਟੀ ਗੇਮ ਕਿਹੜੀ ਯੂਨੀਵਰਸਿਟੀ ਨੇ ਜਿੱਤੀ ਹੈ? ਉਹ ਖੇਲੋ ਇੰਡੀਆ ਹੋਈ ਸੀ ਪਿੱਛੇ ਜੇ, ਪਤਾ ਹੋਏਗਾ ਸ਼ਾਇਦ ਤੁਹਾਨੂੰ। ਇੱਥੇ ਵੀ ਹੋਈ ਸੀ, ਹਰਿਆਣਾ 'ਚ ਪੰਚਕੂਲਾ ਵੀ ਸੀਗਾ ਉਸ 'ਚ, ਹੈ ਨਾ। ਇੱਥੇ ਵੀ ਹੋਏ ਸੀਗੇ ਖੇਲੋ ਇੰਡੀਆ 2021। ਇਹ ਜਿੱਤੀ ਜੀ ਜੈਨ ਯੂਨੀਵਰਸਿਟੀ ਨੇ। ਨਾ ਪੰਜਾਬ ਯੂਨੀਵਰਸਿਟੀ ਜਿੱਤ ਕੇ ਲਿਆਈ, ਨਾ ਮਦਰਾਸ, ਨਾ ਲਵਲੀ ਵਾਲੇ ਜਿੱਤ ਕੇ ਲਿਆਏ, ਜੈਨ ਵਾਲੇ ਲੈ ਗਏ।
ਜੈਨ ਵਾਲੇ ਕਿੱਥੇ ਦੇ ਸੀਗੇ? ਬੰਗਲੌਰ ਦੇ ਸੀਗੇ ਜੀ। ਠੀਕ ਹੈ, ਇਹ ਯਾਦ ਰੱਖ ਲਿਓ। ਬਾਕੀ ਇਹ ਕਿ ਲਵਲੀ ਫਸਟ ਰਨ ਅਪ ਰਹੀ, ਮੀਨ ਸੈਕਿੰਡ ਆਈ ਹੈ, ਔਰ ਕੀ ਹੈ, ਤੇ ਪੰਜਾਬ ਯੂਨੀਵਰਸਿਟੀ ਸੈਕਿੰਡ ਰਨਰ ਅਪ ਹੈ ਜੀ। ਐਵੇਂ ਯਾਦ ਰੱਖ ਲਿਓ। ਬਾਕੀ ਤਾਂ ਕੀ ਹੈ, ਕਿਉਂਕਿ ਪੰਜਾਬ ਦਾ ਕੁਐਸਚਨ ਹੈ ਤਾਂ ਫਿਰ ਉਹ ਪੁੱਛ ਸਕਦੇ ਹੈ। ਚਲੋ ਜੀ, ਆਹ ਕੁਐਸਚਨ ਹੈ ਇੱਕ, which state has announced incentive for farmers opting for direct seeding of rice? ਇਹ ਪੰਜਾਬ ਦਾ ਹੀ ਕੁਐਸਚਨ ਹੈ ਜੀ, ਪੰਜਾਬ ਨੇ ਅਨਾਉਂਸ ਕੀਤਾ ਹੈ। ਮੁੱਦਾ ਇਹ, ਇਹਨੂੰ ਸਮਝਣਾ ਹੈ ਬਸ ਆਪਾਂ, ਇਹ ਜ਼ਰੂਰੀ ਹੈ ਨਾ। ਇਹ ਥੋੜੇ ਜਿਹੇ ਜ਼ਿਆਦਾ ਨਹੀਂ ਨੌਲੇਜ ਚਾਹੀਦੀ ਤੁਹਾਨੂੰ, ਪੀਸੀਐਸ ਵਾਸਤੇ ਜ਼ਿਆਦਾ ਨੌਲੇਜ ਚਾਹੀਦੀ ਹੈ ਇਹਦੀ। ਪੀਪੀਐਸ ਜਿਹੜਾ ਸੀਨੀਅਰ ਅਸਿਸਟੈਂਟ ਦਾ ਪੇਪਰ ਹੈ ਉਹਦੇ ਵਾਸਤੇ ਬਿਲਕੁਲ ਥੋੜੀ ਜਿਹੀ ਨੌਲੇਜ ਚਾਹੀਦੀ ਹੈ। ਡੀਐਸਆਰ ਸੁਣਿਆ ਕਦੇ? ਪਤਾ ਤਾਂ ਹੋਣਾ ਤੁਹਾਨੂੰ, ਪਰ ਹੁਣ ਨਹੀਂ ਯਾਦ ਆਣਾ। ਡਾਇਰੈਕਟ ਸੀਡਿੰਗ ਆਫ ਰਾਈਸ, ਝੋਨਾ ਕਿਵੇਂ ਲਾਇਆ ਜਾਂਦਾ ਹੈ? ਸਰੋਂ ਦੀ ਜਿਹੜੀ ਉਹ ਪਨੀਰੀ ਤਿਆਰ ਕੀਤੀ ਜਾਂਦੀ ਸੀ ਪਹਿਲੇ ਤਾਂ, ਹਾਂ, ਉਸ ਤੋਂ ਬਾਅਦ ਪਾਣੀ ਦੇ ਵਿੱਚ ਉਹ ਕੱਦੂ ਕਰਕੇ ਉਹਨੂੰ ਫਿਰ ਲਾਉਂਦੇ, ਪਰ ਇਸ ਵਾਰੀ ਉਹਨਾਂ ਨੇ ਡਾਇਰੈਕਟ ਉਹ ਚਲਾਇਆ ਸੀ ਮਾਨ ਸਰਕਾਰ ਨੇ। ਹਾਂ, ਇਹ ਉਹੀ ਹੈ। ਹਾਂ ਬਸ ਜੀ 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 ਜੀ, ਉਹ ਕੀ ਕੀਤਾ ਸਰਕਾਰ ਨੇ, ਇੱਥੇ ਦੋ ਚੀਜ਼ਾਂ ਆਪਾਂ ਡਿਸਕਸ ਕਰ ਸਕਦੇ ਹਾਂ। ਸਰਕਾਰ ਨੇ ਕਿਹਾ ਸੀ ਪੈਸੇ ਦੇਾਂਗੇ ਤੁਹਾਨੂੰ, ਇਨਸੈਂਟਿਵ ਦੇਾਂਗੇ। ਕਿਉਂ? ਵੀ ਤੁਸੀਂ ਡਾਇਰੈਕਟ ਝੋਨਾ ਲਾਣਾ ਹੈ, ਡਾਇਰੈਕਟ ਰਾਈਸ ਬੀਜਣਾ ਹੈ। ਕਿਉਂ ਕਿਹਾ ਸਰਕਾਰ ਨੇ? ਐਕਚੁਅਲੀ ਕੀ ਹੈ, ਜਿਹੜਾ ਝੋਨਾ ਹੈ, ਯੂ ਨੋ ਦੈਟ ਕਿ ਜਿਹੜੀ ਪੈਡੀ ਹੈ ਉਹਦੀ ਕਲਟੀਵੇਸ਼ਨ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਨਾ। ਹੁਣ ਪੰਜਾਬ 'ਚ ਕੀ ਹੈ, ਪੰਜਾਬ 'ਚ ਇੰਨਾ ਮੀਂਹ ਨਹੀਂ ਪੈਂਦਾ, ਬਾਰਿਸ਼ ਉਨੀ ਨਹੀਂ ਹੈਗੀ ਪੰਜਾਬ ਦੀ। ਫਿਰ ਪਾਣੀ ਕਿੱਥੋਂ ਆਉਂਦਾ ਹੈ? ਜਾਂ ਤਾਂ ਨਦੀਆਂ ਚੋਂ, ਪਰ ਨਦੀਆਂ ਵੀ ਕਿੰਨੀ ਹੈ, ਜਿਹੜਾ ਮਾਲਵਾ ਹੈ ਪੰਜਾਬ ਦਾ, ਉੱਥੇ ਨਦੀ ਕੋਈ ਵੀ ਨਹੀਂ ਹੈਗੀ। ਤੇ ਉੱਥੇ ਆਪਾਂ ਕੀ ਕੀਤਾ, ਨਹਿਰਾਂ ਬਣਾਤੀਆਂ। ਜਿੱਥੇ ਨਹਿਰਾਂ ਹੈ, ਨਹਿਰਾਂ ਵੀ ਸਾਰੇ ਪਾਸੇ ਨਹੀਂ ਜਾਂਦੀਆਂ। ਫਿਰ ਆਪਾਂ ਕੀ ਕਰਦੇ ਹਾਂ, ਆਪਾਂ ਲਾਈਆਂ ਟਿਊਬਵੈਲ ਲੱਗੀਆਂ ਹੋਈਆਂ। ਹੁਣ ਟਿਊਬਵੈਲ ਬਿਜਲੀ ਫ੍ਰੀ ਹੈ, ਮੋਟਰ ਨੱਪੀ ਤੇ ਪਾਣੀ ਭਰ ਲਿਆ। ਉਹ ਕਹਿੰਦੇ ਜੋ ਬੀਜ ਅਸੀਂ ਵਰਤਦੇ ਹਾਂ ਨਾ, HYV ਸੀਡਸ ਹੁੰਦਾ ਉਹ, HYV ਵੈਰਾਈਟੀ ਕਹਿੰਦੇ ਉਹਨੂੰ, ਹਾਈ ਯੀਲਡ ਵੈਰਾਈਟੀ। ਇਹਨੂੰ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੈ। ਤੇ ਪੰਜਾਬ ਹਰ ਸਾਲ ਕੀ ਕਰਦਾ ਹੈ, ਇੱਕ ਕਣਕ ਤੇ ਇੱਕ ਪੈਡੀ, ਵੀਟ ਤੇ ਪੈਡੀ ਅਸੀਂ ਬੀਜਦੇ ਹਾਂ, ਤੇ ਇਹਨਾਂ ਨੂੰ ਦੋਨੋਂ ਨੂੰ ਪਾਣੀ ਚਾਹੀਦਾ ਹੈ। ਕਣਕ ਨੂੰ ਸਗੋਂ ਪੈਡੀ ਨੂੰ ਸਗੋਂ ਹੋਰ ਵੀ ਜ਼ਿਆਦਾ ਚਾਹੀਦਾ ਹੈ। ਉਹਦੇ ਕਰਕੇ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਘਟ ਰਿਹਾ, ਬਹੁਤ ਜ਼ਿਆਦਾ ਘਟ ਗਿਆ ਹੈ। ਉਹ ਕਹਿੰਦੇ ਜੇ ਐਵੇਂ ਕਰਦੇ ਰਹੇ ਨਾ, ਤੇ ਅਗਲੇ ਸ਼ਾਇਦ 10 ਸਾਲਾਂ 'ਚ ਪੰਜਾਬ 'ਚ ਪਾਣੀ ਲੱਭਣਾ ਨਹੀਂ ਹੈਗਾ। ਤੇ ਬੈਟਰ ਹੈ ਤੁਸੀਂ ਆ ਪੈਡੀ ਬੀਜਣੀ ਬੰਦ ਕਰ ਦਿਓ। ਤੇ ਉਹ ਤਾਂ ਪੋਸੀਬਲ ਨਹੀਂ ਹੈਗਾ, ਹੈ ਨਾ। ਪੋਲੀਟੀਕਲ ਵੀ ਲੈ ਲਓ ਤੇ ਇਕਨੋਮਿਕਲੀ ਵੀ ਲੈ ਲਓ, ਬਹੁਤ ਕਾਰਨ ਨੇ, ਉਹ ਹਜੇ ਤਾਂ ਪੋਸੀਬਲ ਨਹੀਂ ਹੈ। ਜਦ ਕਿ ਸਰਕਾਰ ਕੋਸ਼ਿਸ਼ 'ਚ ਲੱਗੀ ਹੈ ਵੀ ਆਪਾਂ ਇਹਨੂੰ ਬੰਦ ਕਰਾ ਦੀ, ਕੁਝ ਹੋਰ ਕਰ ਲਈਏ। ਤੇ ਹੋਇਆ ਕਿ ਸਰਕਾਰ ਨੇ ਕੋਸ਼ਿਸ਼ ਕੀਤੀ ਹੈ, ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਵੀਂ ਬੀਜ ਬਣਾਈ ਸੀ, ਉਹਨੂੰ ਸਿੱਧਾ ਤੁਸੀਂ ਬੀਜ ਦਿਓ। ਤੇ ਉਹਦਾ ਕੀ ਫਾਇਦਾ ਹੋਏਗਾ ਤੁਹਾਨੂੰ? ਪਾਣੀ ਜ਼ਿਆਦਾ ਨਹੀਂ, ਪਰ 10 ਤੋਂ ਲੈ ਕੇ 20%, ਕੋਈ ਕਹਿੰਦਾ 25% ਤੇ ਪਾਣੀ ਘੱਟ ਯੂਜ਼ ਕਰਨਾ ਪਏਗਾ। 20-25% ਪਾਣੀ ਵੀ ਤੁਸੀਂ ਬਚਾ ਲਿਆ ਤੇ ਉਹਦੇ ਨਾਲ ਵੀ ਕਾਫੀ ਤੁਹਾਡਾ ਫਾਇਦਾ ਹੋ ਜਾਏਗਾ। ਇਹ ਹੈ ਜੀ ਨਿਊਜ਼ ਇਹ। ਠੀਕ ਹੈ, ਹਾਂ ਮੈਂ ਸਾਰਾ ਤੁਹਾਨੂੰ ਸਮਝਾ ਦਿੱਤਾ, ਸਾਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਹੈਗਾ, ਇਹ ਹੈਗਾ। ਠੀਕ, ਚਲੋ ਜੀ, ਆ ਇੱਕ ਨਾਮ ਆ ਰਿਹਾ ਹੈ, ਸਿੰਥੀਆ ਰੋਜ਼ਨਵਿਗ। ਇਹ ਖਬਰਾਂ 'ਚ ਸੀਗੇ ਜੀ। ਇਹਨਾਂ ਨੂੰ ਕਿਹੜਾ ਪ੍ਰੈਸਟੀਜੀਅਸ ਅਵਾਰਡ ਮਿਲਿਆ ਹੈ? ਤੇ ਸਿੰਥੀਆ ਰੋਜ਼ਨਵਿਗ ਨੂੰ ਵਰਲਡ ਫੂਡ ਪ੍ਰਾਈਜ਼ ਮਿਲਿਆ ਹੈ। ਆ ਸਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਤੇ ਸਿੰਥੀਆ ਰੋਜ਼ਨਵਿਗ ਹੈ ਕੌਣ? ਇੱਕ ਸਾਇੰਟਿਸਟ ਹੈ, ਕਿੱਥੇ, ਨਾਸਾ ਦਾ ਇੱਕ ਇੰਸਟੀਚਿਊਟ ਹੈ ਜੀ, GISS, ਗੋਡਾਰਡ ਇੰਸਟੀਚਿਊਟ ਫॉर ਸਪੇਸ ਸਟੱਡੀਜ਼। ਠੀਕ ਹੈ, ਤੇ ਉਹਨੂੰ 2022 ਦਾ ਵਰਲਡ ਫੂਡ ਪ੍ਰਾਈਜ਼ ਮਿਲਿਆ ਹੈ। ਦਿੰਦਾ ਕੌਣ ਹੈ? ਇਹਦੀ ਫਾਊਂਡੇਸ਼ਨ ਹੈ, ਵਰਲਡ ਫੂਡ ਫਾਊਂਡੇਸ਼ਨ, ਉਹ ਦਿੰਦੀ ਹੈ। ਤੇ ਇਹਨੂੰ ਨੋਬਲ ਪ੍ਰਾਈਜ਼ ਵੀ ਕਿਹਾ ਜਾਂਦਾ ਹੈ। ਨੋਬਲ ਪ੍ਰਾਈਜ਼ ਕਿਹੜਾ? ਨੋਬਲ ਪ੍ਰਾਈਜ਼ ਫॉर ਫੂਡ ਐਂਡ ਐਗਰੀਕਲਚਰ। ਇੱਕ ਨੋਬਲ ਪ੍ਰਾਈਜ਼ ਉਹ ਜਿਹੜੇ ਹਰ ਸਾਲ ਮਿਲਦੇ ਹੈ, ਮੈਡੀਸਨ ਲਈ, ਫਿਜ਼ਿਕਸ ਲਈ, ਕੈਮਿਸਟਰੀ ਲਈ, ਇਕਨੋਮਿਕਸ ਲਈ, ਤੇ ਪੀਸ ਲਈ, ਲਿਟਰੇਚਰ ਲਈ। ਇੱਕ ਇਹ ਹੈ ਫੂਡ ਦਾ ਵਰਲਡ ਫੂਡ ਪ੍ਰਾਈਜ਼, ਇਹਨੂੰ ਨੋਬਲ ਪ੍ਰਾਈਜ਼ ਫॉर ਫੂਡ ਕਹਿੰਦੇ। ਇਹ ਯਾਦ ਰੱਖ ਲਿਓ। ਕੁਐਸਚਨ ਇਹ ਵੀ ਬਣਦਾ ਹੈ ਕਿ ਨੋਬਲ ਪ੍ਰਾਈਜ਼ ਫॉर ਫੂਡ ਐਂਡ ਐਗਰੀਕਲਚਰ ਕਿਹੜਾ ਪ੍ਰਾਈਜ਼ ਹੁੰਦਾ ਹੈ ਜੀ? ਉਹ ਕਿਹੜਾ ਹੈ? ਵਰਲਡ ਫੂਡ ਪ੍ਰਾਈਜ਼ ਨੂੰ ਕਿਹਾ ਜਾਂਦਾ। ਕਿਹਨੂੰ ਮਿਲਿਆ? ਸਿੰਥੀਆ ਰੋਜ਼ਨਵਿਗ ਨੂੰ ਮਿਲਿਆ ਜੀ। ਬਸ ਗੱਲ ਮੁੱਕੀ। ਠੀਕ ਹੈ, ਚਲੋ ਇਹ ਕੁਐਸਚਨ ਹਰਿਆਣਾ ਦੇ ਪੇਪਰ ਹੋਇਆ ਸੀ, ਉਸ 'ਚ ਆਇਆ ਸੀ ਜੀ ਕਿ 24ਵੇਂ ਸਮਰ ਡੈਫ 올림픽ਸ 2022 'ਚ ਹੋਏ ਸੀ। ਕਿਹੜੀ ਕੰਟਰੀ ਨੇ ਹੋਸਟ ਕੀਤੇ ਹੈ? ਉਹ ਬ੍ਰਾਜ਼ੀਲ ਨੇ ਹੋਸਟ ਕੀਤੇ ਸੀ ਜੀ। ਇਹ ਕੁਐਸਚਨ ਪੰਜਾਬ 'ਚ ਆਉਣ ਦੇ ਪੂਰੇ ਚਾਂਸਸ ਹੋ ਸਕਦੇ ਹੈ। ਇਹ ਕੁਐਸਚਨ ਤੋਂ ਕੋਈ ਵੱਡੀ ਗੱਲ ਨਹੀਂ, ਆਮ ਆ ਜਾਂਦੇ ਤੇ ਕਲਰਕ ਦੇ ਪੇਪਰ 'ਚ ਵੀ ਆ ਜਾਂਦੇ ਜੀ। ਠੀਕ ਹੈ, ਤੇ ਹਰਿਆਣਾ ਦੇ ਇਹ ਵੀ ਪੁੱਛਿਆ ਸੀ ਕਿਹੜੀ ਤਰੀਕ ਨੂੰ ਹੋਈ ਸੀ, ਅਪ੍ਰੈਲ 'ਚ, ਉੱਥੇ ਗਲਤ ਲਿਖਿਆ ਸੀ,
1 ਮਈ ਤੋਂ ਹੋਈ ਸੀ ਜੀ ਸਟਾਰਟ। ਠੀਕ ਹੈ, ਇੰਡੀਆ ਤੋਂ 65 ਐਥਲੀਟ ਗਏ ਸੀਗੇ, ਟੋਟਲ 16 ਮੈਡਲ ਇੰਡੀਆ ਜਿੱਤ ਕੇ ਲਿਆਇਆ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇੱਥੇ ਨਾਮ ਲਿਖਿਆ ਕਿਸੇ ਦਾ, ਧਨੁਸ਼ ਦਾ ਨਾਮ ਲਿਖਿਆ, ਜਿਹਨੂੰ 골ਡ ਮਿਲਿਆ, ਕਿਹਦੇ ਵਿੱਚ, ਰਾਈਫਲ ਦੇ ਵਿੱਚ ਮਿਲਿਆ ਹੈ। ਸ਼ੌਰਿਆ ਸੈਣੀ ਇਹਨੂੰ ਬ੍ਰੌਂਜ ਮਿਲਿਆ ਹੈ। ਠੀਕ ਹੈ, ਉਸ ਤੋਂ ਇਲਾਵਾ ਜਿਹੜੀ ਬੈਡਮਿੰਟਨ ਟੀਮ ਹੈ ਉਹਨਾਂ ਨੇ ਜਾਪਾਨ ਨੂੰ ਹਰਾਇਆ ਤੇ 골ਡ ਉਹਨਾਂ ਨੇ ਵੀ ਜਿੱਤਿਆ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਜਿਹੜਾ ਏਸ਼ੀਅਨ ਗੇਮਸ ਹੈ ਜਿਹੜੇ 2022 ਚ ਹੋਣੇ ਨੇ, ਉਹਨਾਂ ਦਾ ਵੈਨਿਊ ਕੀ ਹੈ, ਮੀਨਸ ਕਿੱਥੇ ਹੋਣੇ ਨੇ ਜੀ? ਉਹ ਹੋਣੇ ਚਾਈਨਾ ਦਾ ਸ਼ਹਿਰ ਹੈ ਹਾਂਗਜ਼ੂ। ਇਹ ਨਾਮ ਯਾਦ ਰੱਖ ਲਿਓ, ਕੁਐਸਚਨ ਬਣ ਜਾਂਦਾ, ਬਿਲਕੁਲ ਇਹੋ ਜਿਹੇ ਕੁਐਸਚਨ ਆ ਜਾਂਦੇ ਆ ਜੀ, ਹੈਨਾ। ਚਾਈਨਾ ਦੇ ਵਿੱਚ ਹੋਣੇ ਆ, ਏਸ਼ੀਅਨ ਗੇਮਸ ਹੈ। ਉਹ ਕਹਿੰਦੇ ਹੋਣੇ ਕਦੋਂ ਸੀ? ਸਤੰਬਰ ਚ ਹੋਣੇ ਸੀ, ਪਰ ਕੇਸ ਵੱਧ ਗਏ, ਉਸ ਕਰਕੇ ਥੋੜਾ ਪੋਸਟਪੋਨ ਕਰ ਦਿੱਤਾ ਗਿਆ ਹੈ। ਚਲੋ ਨੈਕਸਟ ਕੁਐਸਚਨ ਹੈ, ਇਹ ਕੁਐਸਚਨ ਥੋੜਾ ਜਿਹਾ ਇੰਪੋਰਟੈਂਟ ਹੋ ਜਾਂਦਾ ਹੈ, ਕਿਉਂਕਿ ਜੇ ਇਹ ਕੁਐਸਚਨ ਐਗਜ਼ਾਮ ਚ ਆ ਜਾਏ, ਇਹ ਕਿਸੇ ਨੂੰ ਨਹੀਂ ਆਣਾ। ਇਹ ਜਿਹੇ ਕੁਐਸਚਨ ਜਨਰਲੀ ਆਪਾਂ ਇਗਨੋਰ ਕਰ ਦਿੰਦੇ ਆ। ਸੌਖਾ ਕੁਐਸਚਨ ਹੈ, ਆਪਾਂ ਡਿਸਕਸ ਕਰਾਂਗੇ। ਆਧਾਰ ਸਾਰਿਆਂ ਨੂੰ ਪਤਾ ਕੀ ਹੁੰਦਾ ਹੈ। ਆਧਾਰ ਦੇ ਲਈ ਆਧਾਰ ਦਾ ਕਾਨੂੰਨ ਬਣਾਇਆ ਸਰਕਾਰ ਨੇ, ਆਧਾਰ ਐਕਟ। ਐਕਟ ਦੇ ਵਿੱਚ ਕੀ ਹੁੰਦੇ ਨੇ? ਉਹਦੇ ਧਾਰਾਵਾਂ ਹੁੰਦੀਆਂ, ਸੈਕਸ਼ਨ ਹੁੰਦਾ ਹੈ। ਉਹ ਕਹਿੰਦੇ ਸੈਕਸ਼ਨ 33 ਜਿਹੜਾ ਹੈਗਾ ਆਧਾਰ ਐਕਟ ਦਾ, ਉਹ ਖਬਰਾਂ 'ਚ ਰਿਹਾ ਸੀ, ਨਿਊਜ਼ 'ਚ ਸੀਗਾ। ਉਹ ਕਿਹਦੇ ਨਾਲ ਜੁੜਿਆ ਹੋਇਆ ਹੈ? ਕਿਸ ਚੀਜ਼ ਨਾਲ ਡੀਲ ਕਰਦਾ ਹੈ? ਉਹ ਡੀਲ ਕਰਦਾ ਹੈ ਡਿਸਕਲੋਜ਼ਰ ਆਫ ਇਨਫੋਰਮੇਸ਼ਨ, ਕਿ ਜੋ ਬੰਦੇ ਦੀ ਇਨਫੋਰਮੇਸ਼ਨ ਹੈ ਉਹਨੂੰ ਡਿਸਕਲੋਜ਼ ਕੀਤਾ ਜਾ ਸਕਦਾ, ਜੋ ਕੋਈ ਪੁੱਛਦਾ ਹੈ, ਜੋ ਲੋੜ ਪੈਂਦੀ ਹੈ, ਉਹਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਹੁਣ ਖਬਰ ਕੀ ਹੈ ਜੀ? ਜਿਹੜੀ ਅਥਾਰਟੀ ਹੈ UID ਦੀ, ਜਿਹੜੀ ਆਧਾਰ ਕਾਰਡ ਬਣਵਾਉਂਦੀ ਹੈ ਨਾ, ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਹੈ, ਜਿਹੜੀ ਦਿੱਲੀ ਪੁਲਿਸ ਦੀ ਹੈ, ਉਹਨੂੰ ਅਪੋਜ਼ ਕੀਤਾ ਸੀ ਵੀ ਆਪਾਂ ਕਿਵੇਂ ਫਿੰਗਰਪ੍ਰਿੰਟ ਤੇ ਉਹਦੇ ਨਾਲ ਕਰ ਲਈਏ। ਇਹਦੇ ਨਾਲ ਕੀ ਹੋਏਗਾ ਵੀ ਤੁਸੀਂ ਤਾਂ ਡਾਟਾ ਕਿਸੇ ਦਾ ਵੀ ਐਕਸੈਸ ਕਰ ਲਓਗੇ, ਆਪਾਂ ਡਿਸਕਲੋਜ਼ ਨਹੀਂ ਕਰਨੀ ਕਿਸੇ ਦੀ ਵੀ ਇਨਫੋਰਮੇਸ਼ਨ। ਪਰ ਕੋਰਟ ਨੇ ਕਿਹਾ ਵੀ ਨਹੀਂ, ਇਹ ਦੇਣਾ ਜ਼ਰੂਰੀ ਹੈ, ਕਿਉਂਕਿ ਇਹ ਸਿਚੁਏਸ਼ਨ ਕੁਝ ਹੋਰ ਹੋ ਗਈ ਹੈ। ਠੀਕ ਹੈ, ਤੇ ਇਸ ਕਰਕੇ ਉਹਨਾਂ ਨੂੰ ਦੇਣਾ ਪਿਆ ਸੀ, ਔਰ ਕੁਝ ਨਹੀਂ ਹੈ। ਕਿ ਜੇ ਇਸ਼ੂ ਕ੍ਰਾਈਮ ਦਾ ਆ ਜੇ ਤਾਂ ਫਿਰ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਆਧਾਰ ਕਾਰਡ ਦਾ ਡਿਸਕਲੋਜ਼ਰ ਆਫ ਇਨਫੋਰਮੇਸ਼ਨ ਨਾਲ ਲਿੰਕ ਕਰਦਾ ਹੈ ਸੈਕਸ਼ਨ 33। ਚਲੋ ਇੱਕ ਲੇਕ ਹੈ ਸਾਵਾ ਲੇਕ, ਇਹ ਹੈ ਕਿ ਬਾਇਓਡਾਇਵਰਸਿਟੀ ਦੀ ਵੈਟਲੈਂਡ ਹੈ। ਖਬਰਾਂ ਸੀਗੀ ਕਿਹੜੇ ਕੰਟਰੀ 'ਚ ਹੈ। ਵੈਟਲੈਂਡ ਕੀ ਹੁੰਦਾ ਹੈ? ਵੈਟਲੈਂਡ ਤੁਸੀਂ ਇੱਕ ਰਫ ਜਿਹਾ ਆਈਡੀਆ ਐ ਰੱਖ ਲਓ, ਵੈਟ ਲੈਂਡ ਉਹ ਜ਼ਮੀਨ ਜਿਹੜੀ ਗਿੱਲੀ ਹੋਵੇ। ਨਹੀਂ, ਇੱਥੇ ਕਿਹਨੂੰ ਕਹਿੰਦੇ? ਜਿੱਥੇ ਪਾਣੀ ਭਰਿਆ ਰਹਿੰਦਾ ਹੋਵੇ ਅਕਸਰ, ਉਹ 5 ਤੋਂ 6 ਮੀਟਰ ਦੀ ਡੈਪਥ ਹੋਣੀ ਚਾਹੀਦੀ ਹੈ ਉਹਦੀ, ਉਹਨੂੰ ਕਹਿੰਦੇ ਆ। ਜਿਵੇਂ ਸੁਖਨਾ, ਇਹ ਵੈਟਲੈਂਡ ਹੈ ਨਾ। ਜਿਵੇਂ ਲੇਕ ਹੋ ਗਈ, ਕੋਈ ਪੌਂਡ ਹੋ ਗਿਆ, ਛੱਪੜ ਹੋ ਗਏ, ਉਹ ਟੈਂਪਰੇਰੀ ਜਾਂ ਪਰਮਾਨੈਂਟ ਦੋਨੇ ਹੋ ਸਕਦੇ। ਜਿਵੇਂ ਸੁਖਨਾ ਲੇਕ ਕੀ ਹੈ, ਇਹ ਤਾਂ ਹਮੇਸ਼ਾ ਬਣੀ ਰਹਿੰਦੀ ਹੈ, ਭਾਵੇਂ ਨੈਚੁਰਲ ਨਹੀਂ ਆ, ਅਸੀਂ ਬਣਾਈ ਹੈ। ਇੱਕ ਹੁੰਦੇ ਟੈਂਪਰੇਰੀ। ਟੈਂਪਰੇਰੀ ਕਿਹੜੇ ਹੁੰਦੇ ਆ? ਜੋ ਅਸੀਂ ਪੈਡੀ ਬੀਜਦੇ ਆ, ਖੇਤਾਂ 'ਚ ਪਾਣੀ ਭਰ ਦਿੰਦੇ ਆ, ਉਹ ਕੀ ਹੁੰਦਾ ਹੈ? ਉਹ ਵੀ ਪਾਣੀ ਭਰ ਜਾਂਦਾ ਹੈ, ਤੇ ਉਹ ਕੀ ਹੋ ਗਿਆ? ਉਹ ਵੀ ਵੈਟਲੈਂਡ ਹੋ ਗਈ। ਤੇ ਲੇਕ ਨੂੰ ਵੀ ਵੈਟਲੈਂਡ ਕਹਿੰਦੇ। ਤੇ ਸਾਵਾ ਵੈਟਲੈਂਡ ਜਾਂ ਸਾਵਾ ਲੇਕ ਕਿੱਥੇ ਹੈ? ਇਰਾਕ ਦੇ ਵਿੱਚ ਹੈ। ਇਹ ਧਿਆਨ ਰੱਖ ਲਿਓ, ਕੁਐਸਚਨ ਬਣ ਗਿਆ, ਬਣ ਗਿਆ, ਆ ਸਕਦਾ ਹੈ। ਨੈਵਰ ਨੋ ਪੇਪਰ 'ਚ ਕਿਹੜਾ ਕੁਐਸਚਨ ਆ ਜਾਏ, ਕਿਹੜਾ ਨਹੀਂ ਆ ਜਾਏ। ਠੀਕ ਹੈ ਜੀ। ਸਮਾਵਾ ਸ਼ਹਿਰ ਦੇ ਕੋਲ ਹੈ। ਤੇ ਖਬਰ 'ਚ ਕਿਉਂ ਸੀਗੀ? ਕਿਉਂਕਿ ਇਹ ਡਿਸਅਪੀਅਰ, ਖਤਮ ਹੋ ਰਹੀ ਹੈ। ਤੇ ਇਹ ਨਹੀਂ ਕਿ ਇਹ ਲੇਕ ਖਤਮ ਹੋ ਰਹੀ ਹੈ। ਜੇ ਤੁਸੀਂ ਅਖਬਾਰ ਪੜ੍ਹਦੇ ਹੋ ਤੁਹਾਨੂੰ ਪਤਾ ਹੋਏਗਾ, ਬਹੁਤ ਸਾਰੇ ਜਿਹੜੀ ਵਾਟਰ ਬੋਡੀਜ਼ ਨੇ ਦੁਨੀਆ ਦੀਆਂ, ਜਿਵੇਂ ਕੈਸਪੀਅਨ ਲੇਕ ਹੈ, ਉਹ ਛੋਟਾ ਹੁੰਦਾ ਜਾ ਰਿਹਾ ਹੈ। ਕਿਉਂ ਹੁੰਦਾ ਜਾ ਰਿਹਾ ਹੈ? ਕਈ ਰੀਜ਼ਨ ਨੇ। ਇੱਕ ਕਲਾਈਮੇਟ ਚੇਂਜ ਹੋ ਗਿਆ, ਠੀਕ ਹੈ, ਇੱਕ ਐਨਕਰੋਚਮੈਂਟ ਹੋ ਗਈ, ਆਬਾਦੀ ਵੱਧ ਰਹੀ ਹੈ, ਪਾਣੀ ਦਾ ਜਿਹੜਾ ਲੋੜ ਹੈ ਉਹ ਵੱਧਦੀ ਜਾ ਰਹੀ ਹੈ, ਨੀਡ ਵੱਧਦੀ ਜਾ ਰਹੀ ਹੈ, ਤੇ ਪਾਣੀ ਹਰ ਪਾਸੇ ਘਟਦਾ ਜਾ ਰਿਹਾ ਹੈ। ਤੇ ਪਿੰਡਾਂ 'ਚ, ਸ਼ਹਿਰਾਂ ਜਿਹੜੇ ਛੋਟੇ ਛੋਟੇ ਛੱਪੜ ਹੁੰਦੇ ਸੀ, ਪੌਂਡਸ ਹੁੰਦੇ ਸੀ, ਅੱਜ ਕਿੱਥੇ ਗਏ? ਉਹ ਸੁੱਕਦੇ ਜਾ ਰਹੇ ਹੈ। ਬੇਸਿਕਲੀ ਇਹ ਹੋ ਰਿਹਾ ਹੈ। ਤੇ ਇੱਥੇ ਕਿਹਾ ਵੀ ਇਹ ਕਿਉਂ ਗਾਇਬ ਹੋ ਰਹੀ, ਡਿਸਅਪੀਅਰ ਕਿਉਂ ਹੋ ਰਹੀ ਹੈ? ਦੋ ਰੀਜ਼ਨ। ਇੱਕ ਤਾਂ ਹਿਊਮਨ ਐਕਟੀਵਿਟੀ, ਸਾਡੇ ਹਰਕਤਾਂ ਇਦਾਂ ਦੀਆਂ ਨੇ, ਅਸੀਂ ਖਤਮ ਕਰ ਰਹੇ ਹਾਂ। ਦੂਸਰਾ ਕਲਾਈਮੇਟ ਜਿਹੜਾ ਉਹ ਬਰਬਾਦ ਕਰ ਰਹੇ ਹਾਂ, ਕਲਾਈਮੇਟ ਚੇਂਜ ਹੋ ਰਿਹਾ ਹੈ। ਤੇ 2014 ਤੋਂ ਇਹ ਸੁੱਕਦੀ ਜਾ ਰਹੀ ਹੈ ਜੀ। ਚਲੋ ਜੀ, ਕੁਐਸਚਨ ਹੈ, which country recently replaced Russia in the UN Human Rights Council? ਜਿਹੜੀ UN ਹੈ, UN ਉਹ ਬਾਡੀ ਹੈ ਜਿਹਦੀ ਬਹੁਤ ਸਾਰੀ ਏਜੰਸੀਜ਼ ਨੇ, ਜਿਹੜੇ ਬਹੁਤ ਸਾਰੇ ਕੰਮ ਕਰਦੀ ਹੈ। ਜਿਵੇਂ ਕਿਤੇ ਪੀਸ ਮੇਨਟੇਨ ਕਰਾਉਣਾ ਹੈ ਤੇ UN ਦੀ ਪੀਸ ਕੀਪਿੰਗ ਫੋਰਸਿਸ ਹੁੰਦੀਆਂ ਹੈ ਨਾ। ਕੀ ਕਹਿੰਦੇ ਆ, ਹੈਲਥ ਹੈ, ਉਹਦੇ ਲਈ ਵੀ WHO ਬਣਿਆ ਹੋਇਆ, ਉਹ ਵੀ ਇਹਦੇ ਅੰਡਰ ਕੰਮ ਕਰਦਾ ਹੈ। WTO ਉਹਦੇ ਨਾਲ, ਉਹ ਵੀ ਇਹਦੇ ਨਾਲ ਲਿੰਕ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਤਾਂ ਬਹੁਤ ਸਾਰੀ ਏਜੰਸੀਜ਼ ਨੇ। ਇਸੇ ਤਰ੍ਹਾਂ ਇੱਕ ਏਜੰਸੀ ਇਹਨਾਂ ਦੀ ਹਿਊਮਨ ਰਾਈਟਸ ਦੀ। ਤੇ ਇਹਦਾ ਇੱਕ ਨਵਾਂ ਮੈਂਬਰ ਬਣਿਆ ਰਸ਼ੀਆ ਦੀ ਥਾਂ ਤੇ। ਉਹ ਕੌਣ ਬਣਿਆ? ਇਹ ਕੁਐਸਚਨ ਬਣ ਗਿਆ। ਚੈਕ, ਜਿਹੜਾ ਪਹਿਲਾਂ ਹੁੰਦਾ ਸੀ ਚੈਕੋਸਲੋਵਾਕੀਆ, ਹੁਣ ਚੈਕ ਅਲੱਗ ਹੋ ਗਿਆ, ਸਲੋਵਾਕ ਅਲੱਗ ਹੋ ਗਿਆ,
ਤੇ ਚੈਕ ਰਿਪਬਲਿਕ ਇਹਦਾ ਮੈਂਬਰ ਬਣਿਆ ਜੀ। ਠੀਕ ਹੈ, ਬਸ ਆ ਧਿਆਨ ਰੱਖ ਲਿਓ, ਇਹ ਮੈਂ ਸਾਰਾ ਐਕਸਪਲੇਨ ਕਰਤਾ। ਚਲੋ ਇੱਕ ਕੁਐਸਚਨ ਹੈ कि which is the first Southeast Asian country to legalize the use of cannabis for medical use? Cannabis ਕੀ ਹੁੰਦੀ ਹੈ? ਉਹ ਨਸ਼ੇ ਦੀ ਹੁੰਦੀ ਨਹੀਂ, ਹੈਂਪ ਜਿਹਨੂੰ ਕਹਿੰਦੇ, ਭਾਂਗ ਭੂੰਗ ਜਿਹੜੀ ਹੁੰਦੀ ਹੈ, ਉਹਨੂੰ ਦਵਾਈਆਂ ਵਾਸਤੇ ਉਹ ਕਹਿੰਦੇ ਤੁਸੀਂ ਵਰਤ ਸਕਦੇ ਹੋ, ਯੂਜ਼ ਕਰ ਸਕਦੇ ਹੋ। ਉਹ ਕਿਹੜੀ ਕੰਟਰੀ ਜਿਹਨੇ ਇਹਨੂੰ ਕਾਨੂੰਨੀ ਮਾਨਤਾ ਦਿੱਤੀ, ਲੀਗਲਾਈਜ਼ ਕਰਤਾ ਹੈ? ਇਹਨਾਂ ਨੇ ਪਹਿਲਾਂ ਹੀ ਮੈਂਸ਼ਨ ਕਰਤਾ ਸਾਊਥ ਈਸਟ ਏਸ਼ੀਆ ਦੀ ਦੇਖਣੀ ਹੈ, ਮਤਲਬ ਸਾਊਥ ਕਿਹੜਾ ਹੋ ਗਿਆ, ਸਾਊਥ ਇਹ ਹੋ ਗਿਆ, ਈਸਟ ਇਹ ਹੋ ਗਿਆ, ਤੇ ਸਾਊਥ ਈਸਟ ਕਿਹੜਾ ਹੋ ਗਿਆ, ਇਹ ਵਾਲਾ, ਮਤਲਬ ਹਿੰਦੁਸਤਾਨ ਦੇ ਇਸ ਪਾਸੇ ਨੂੰ ਕਿਤੇ ਹੋਏਗੀ। ਇਹ ਕਿਹੜੀ ਹੈ? ਥਾਈਲੈਂਡ ਹੈ ਜੀ। ਠੀਕ ਹੈ, ਤੇ ਥਾਈਲੈਂਡ ਨਾਮ ਯਾਦ ਰੱਖ ਲਿਓ, ਹੋਰ ਕੁਛ ਨਹੀਂ ਹੈ। ਇਹ ਕੁਐਸਚਨ ਇੰਪੋਰਟੈਂਟ ਹੈ, ਕਦੇ ਕਦੇ ਆ ਜਾਂਦੇ ਪੇਪਰ 'ਚ, ਹੈ ਨਾ। ਇਕਨੋਮਿਕਸ ਦਾ ਕੁਐਸਚਨ ਹੈ ਜੀ। ਕਹਿੰਦੇ ਟਾਪ ਰੈਸੀਪੀਐਂਟ ਕੰਟਰੀ ਫॉर ਰੈਮਿਟੈਂਸ ਇਨ 2021। ਰੈਮਿਟੈਂਸ ਕੀ ਹੁੰਦਾ ਹੈ? ਐਨੀ ਆਈਡੀਆ? ਰੈਮਿਟੈਂਸ, ਓਕੇ, ਉਹਨੂੰ ਐਵੇਂ ਯਾਦ ਰੱਖੋ ਜੀ। ਆਪਣੇ, ਹਾਂਜੀ ਬੋਲੋ। ਕੁਝ ਕਹਿ ਰਹੇ ਹੋ ਤੁਸੀਂ? ਨਹੀਂ ਸਰ, ਮੈਂ ਤਾਂ ਨਹੀਂ ਕੁਝ ਕਹਿ ਰਿਹਾ। ਓਕੇ ਚਲੋ ਠੀਕ ਹੈ। ਜਿਵੇਂ ਇੰਡੀਅਨਸ ਨੇ ਬਾਹਰ ਜਾਂਦੇ ਨੇ, ਕੰਮ ਕਰਨ ਜਾਂਦੇ ਨੇ, ਉੱਥੋਂ ਜਿਹੜੇ ਪੈਸੇ ਆਉਂਦੇ ਨੇ ਹਿੰਦੁਸਤਾਨ 'ਚ, ਡਾਲਰ ਭੇਜਦੇ ਨੇ, ਉਹ ਰੈਮਿਟੈਂਸ ਹੁੰਦੀ ਹੈ ਜੀ। ਕੋਈ ਵੀ ਮੁਲਕ ਦੇ ਬੰਦੇ ਜਦ ਬਾਹਰ ਜਾਂਦੇ, ਜਿਹੜੇ ਪੈਸੇ ਉਹ ਭੇਜਦੇ ਆ, ਉਹਨੂੰ ਰੈਮਿਟੈਂਸ ਕਿਹਾ ਜਾਂਦਾ ਹੈ। ਕਹਿੰਦੇ ਦੁਨੀਆ ਦੀ ਕਿਹੜੀ ਕੰਟਰੀ ਜਿੱਥੇ ਸਭ ਤੋਂ ਵੱਧ ਰੈਮਿਟੈਂਸ ਆਉਂਦੀ ਹੈ? 2021 ਦੀ ਗੱਲ ਹੈ, ਪਹਿਲਾਂ ਕੋਈ ਵੀ ਹੋਵੇ, 2021 ਚ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਆਇਆ ਉਹ ਇੰਡੀਆ ਦੇ ਵਿੱਚ ਆਇਆ ਜੀ। ਆਹ ਕੁਐਸਚਨ ਹੈ। ਤੇ ਟੌਪ ਦੀ ਕੰਟਰੀ ਕਿਹੜੀਆਂ, ਜਿੱਥੇ ਟੌਪ 5 ਕੰਟਰੀਜ਼ 21 ਦੀਆਂ? ਇੰਡੀਆ, ਉਸ ਤੋਂ ਬਾਅਦ ਮੈਕਸੀਕੋ ਹੈ, ਫਿਰ ਚਾਈਨਾ, ਫਿਲੀਪੀਨਸ, ਤੇ ਫਿਰ ਇਜਿਪਟ। ਇਹ ਉਹ ਕੰਟਰੀ ਜਿੱਥੇ ਮੈਕਸਿਮਮ ਰਿਮਿਟੈਂਸ ਆਉਂਦੀ ਹੈ, ਮਤਲਬ ਉਹਦੇ ਜਿਹੜੇ ਲੋਕ ਨੇ ਪੈਸਾ ਬਾਹਰੋਂ ਜਾ ਕੇ ਕੰਮ ਕਰਕੇ ਭੇਜਦੇ ਨੇ ਜੀ। ਠੀਕ ਹੈ। ਯੂਕਰੇਨ, ਜੇ ਆਪਾਂ ਸਿਰਫ ਗੱਲ ਕਰੀਏ ਯੂਰਪ ਦੀ, ਸੈਂਟਰਲ ਏਸ਼ੀਆ ਦੀ, ਉੱਥੇ ਯੂਕਰੇਨ ਸਭ ਤੋਂ ਜ਼ਿਆਦਾ ਪੈਸਾ ਆਉਂਦਾ ਹੈ ਜੀ। ਹੁਣ ਇਹ ਕੁਐਸਚਨ ਹੈ ਵੀ ਦੋ ਕੰਟਰੀ ਦੇ ਨਾਮ ਆਏ ਆ, ਤੇ ਸਵੀਡਨ ਤੇ ਫਿਨਲੈਂਡ। ਕੁਐਸਚਨ ਹੈ ਸਵੀਡਨ ਐਂਡ ਫਿਨਲੈਂਡ ਰੀਸੈਂਟਲੀ ਸਾਈਨਡ ਅ ਫਾਰਮਲ ਰਿਕੁਐਸਟ ਟੂ ਜੁਆਇਨ ਵਿਚ ਗਲੋਬਲ ਬਲੌਕ। ਕਿਹੜੇ ਗਰੁੱਪ ਨੂੰ ਜੁਆਇਨ ਕਰਨ ਲਈ ਇਹਨਾਂ ਨੇ ਰਿਕੁਐਸਟ ਕੀਤੀ ਹੈ? ਕਿਨੇ? ਸਵੀਡਨ ਤੇ ਫਿਨਲੈਂਡ ਨੇ। ਆ 4 ਗਰੁੱਪ ਲਿਖੇ ਹੋਏ ਆ, ਉਹਨਾਂ ਦੇ ਵਿੱਚ ਹੈਗਾ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਿਹਨੂੰ ਨਾਟੋ ਕਿਹਾ ਜਾਂਦਾ, ਅਖਬਾਰ 'ਚ ਨਾਟੋ ਆਉਂਦਾ ਹੈ। ਤੇ ਸਵੀਡਨ ਤੇ ਫਿਨਲੈਂਡ ਨੇ ਕਿਹਾ ਸਾਨੂੰ ਵੀ ਨਾਟੋ ਦਾ ਮੈਂਬਰ ਬਣਾਇਆ ਜਾਵੇ, ਉਹਨਾਂ ਇੱਕ ਫਾਰਮਲ ਰਿਕੁਐਸਟ ਦਿੱਤੀ ਹੈ ਜੀ। ਠੀਕ ਹੈ, ਤੇ ਨਾਟੋ 'ਚ ਕਿੰਨੇ ਮੈਂਬਰ ਹੈ? 30 ਮੈਂਬਰ ਹੈ ਜੀ, ਹੋਰ ਕੁਝ ਨਹੀਂ ਹੈ, ਐਵੇਂ ਯਾਦ ਰੱਖ ਲਿਓ। ਇੱਕ ਨਿਊਜ਼ ਸੀਗੀ ਤੇ ਉਸ ਤੋਂ ਕੁਐਸਚਨ ਬਣਿਆ ਵੀ ਜਿਹੜਾ ਸੁਪਰੀਮ ਕੋਰਟ ਹੈ, ਇਟ ਹੈਡ ਡਾਇਰੈਕਟਡ which state to compensate victims who suffered effects of endosulfan। ਸੁਪਰੀਮ ਕੋਰਟ ਨੇ ਕਿਸੇ ਸਟੇਟਸ ਨੂੰ ਕਿਹਾ ਵੀ ਤੁਹਾਡੇ ਸਟੇਟ ਦੇ ਵਿੱਚ ਜੋ ਬੰਦੇ ਇਹ ਦਵਾਈ ਨਾਲ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ, ਜਿਹੜੇ ਅਫੈਕਟਡ ਨੇ, ਉਹਨਾਂ ਨੂੰ ਕੰਪਨਸੇਟ ਕੀਤਾ ਜਾਵੇ। ਉਹ ਕੇਰਲ 'ਚ ਹੋਇਆ ਸੀ ਜੀ। ਠੀਕ ਹੈ, ਬਸ ਇਹੀ ਹੈ ਵੀ ਕਿਸ ਚੀਜ਼ ਬਾਰੇ ਗੱਲ ਹੋ ਰਹੀ ਹੈ। ਕਿੰਨਾ? ਕਹਿੰਦੇ 5 ਲੱਖ ਕੰਪਨਸੇਸ਼ਨ ਦੇਣਾ। ਇਫੈਕਟ ਕੀ ਹੈ? ਉਹਨਾਂ ਦੀ ਹੈਲਥ ਖਰਾਬ ਹੋਈ, ਲੌਂਗ ਟਰਮ ਹੈਲਥ ਇਫੈਕਟ ਪਏ ਨੇ ਐਂਡੋਸਲਫਾਨ ਦੇ, ਤੇ ਇਸ ਕਰਕੇ ਸੁਪਰੀਮ ਕੋਰਟ ਨੇ ਕਹਿਤਾ ਵੀ ਐਂਡੋਸਲਫਾਨ ਨੂੰ ਬੈਨ ਕਰ ਦਿੱਤਾ ਜਾਵੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਡਾਈਕਲੋਫਿਨੈਕ ਦੀ, ਉਹ ਵੀ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਸੀ ਕਿ ਬੈਨ ਕਰ ਦਿਓ ਇਹਨੂੰ, ਡੰਗਰਾਂ ਨੂੰ ਟੀਕੇ ਨਹੀਂ ਲਾਣੇ ਜੀ ਅਦਰਵਾਈਜ਼। ਤੇ ਅੱਜ ਦੀ ਵੈਸੇ ਡਿਸਕਸ਼ਨ ਇਹ ਚੱਲਦੀ ਹੁੰਦੀ ਹੈ, ਜਿਹੜਾ ਆਪਾਂ ਦੁੱਧ ਪੀਂਦੇ ਆ ਵੀ ਇਹ ਵੀ ਨਹੀਂ ਪੀਣਾ ਚਾਹੀਦਾ, ਕਿਉਂਕਿ ਦੁੱਧ ਵਧਾਉਣ ਲਈ, ਪ੍ਰੋਡਕਸ਼ਨ ਵਧਾਉਣ ਲਈ ਬਹੁਤ ਤਰੀਕੇ ਦੇ ਟੀਕੇ ਲਗਾਏ ਜਾਂਦੇ ਆ, ਤੇ ਅਲਟੀਮੇਟਲੀ ਕਿੱਥੇ ਜਾ ਰਹੇ ਆ? ਸਾਡੇ ਅੰਦਰ ਜਾ ਰਹੇ ਆ, ਤੇ ਉਹ ਡਾਇਰੈਕਟਲੀ ਇਨਡਾਇਰੈਕਟਲੀ ਸਾਨੂੰ ਨੁਕਸਾਨ ਕਰ ਰਹੇ ਆ। ਤੇ ਥਿਊਰੀ ਇਹ ਕਹਿੰਦੀ ਵੀ ਨਾ ਪੀਤਾ ਜਾਵੇ ਦੁੱਧ, ਛੱਡੋ, ਹੈ ਨਾ। ਚਲੋ ਅਗਲੇ ਕੁਐਸਚਨ ਤੇ ਆ ਜਾਂਦੇ ਆ। Which space company successfully conducted a static fire test of Kalam 100 rocket? ਹੁਣ ਇੱਥੇ ਕੀ ਹੈ? ਦੋ ਚੀਜ਼ਾਂ ਹੈ, ਇੱਕ ਤਾਂ ਕੰਪਨੀ ਦਾ ਨਾਮ ਪੁੱਛੇ ਵੀ ਕਿਹੜੀ ਕੰਪਨੀ ਨੇ ਰਾਕਟ ਦਾ ਟੈਸਟ ਕੀਤਾ ਹੈ। ਖਾਸ ਗੱਲ ਕੀ ਹੈ ਇੱਥੇ? ਖਾਸ ਗੱਲ ਇਹ ਹੈ ਨਿਊਜ਼ ਦੇ ਵਿੱਚ ਆਪਾਂ ਕੰਪਨੀ ਦੀ ਗੱਲ ਕਰ ਰਹੇ ਹਾਂ, ਬਾਹਰ ਤਾਂ ਹੋ ਸਕਦਾ ਹੈ, ਹਿੰਦੁਸਤਾਨ 'ਚ ਪਹਿਲਾਂ ਨਹੀਂ ਸੀਗਾ। ਇਹ ਰਾਕਟ ਲਾਂਚ ਕਰਨਾ, ਰਾਕਟ ਮਿਜ਼ਾਈਲ, ਇਹ ਸਾਰਾ ਕੰਮ ਕਿਹਦਾ ਹੈ? ਸਰਕਾਰ ਦਾ ਹੈ।
ਪ੍ਰਾਈਵੇਟ ਕੰਪਨੀ ਪਹਿਲਾਂ ਅਲਾਉ ਨਹੀਂ ਸੀਗੀ, ਹੁਣ ਅਲਾਉ ਹੈ। ਕਿਹੜੀ ਕੰਪਨੀ ਇੱਥੇ? ਸਕਾਈ ਰੂਟ। ਕਿੱਥੇ ਦੀ ਹੈ ਜੀ? ਹੈਦਰਾਬਾਦ ਦੀ ਇੱਕ ਨਵਾਂ ਸਟਾਰਟਅਪ ਹੈ ਸਕਾਈ ਰੂਟ ਐਰੋਸਪੇਸ, ਜਿਹਨੇ ਕੀਤਾ। ਤੇ ਕਲਾਮ 100 ਕੀ ਹੈ? ਹੁਣ ਤੁਹਾਨੂੰ ਪਤਾ ਹੈ ਕਲਾਮ 100 ਇੱਕ ਰਾਕਟ ਹੈ ਜਿਹੜਾ ਉਹਨਾਂ ਨੇ ਟੈਸਟ ਕੀਤਾ ਹੈ। ਠੀਕ ਹੈ ਜੀ। ਹੁਣ ਕਲਾਮ ਤੁਹਾਨੂੰ ਪਤਾ ਹੀ ਹੈ, ਕਲਾਮ ਦੱਸਣ ਦੀ ਲੋੜ ਨਹੀਂ ਹੈ। ਠੀਕ ਹੈ, ਚਲੋ ਜੀ ਨੈਕਸਟ ਕੁਐਸਚਨ ਹੈ, ਹੂ ਇਜ਼ ਦ ਹੈਡ ਆਫ RBI ਕਮੇਟੀ formed to evaluate the quality of customer service in banks, non-banking financial ਜਿਹੜੇ institutions ਨੇ and other regulated entities। ਵੀ RBI ਦੀ ਕਮੇਟੀ ਦੇ ਹੈਡ ਦਾ ਨਾਮ ਦੱਸੋ, ਜਿਹੜੀ ਕਿ ਕਿਉਂ ਬਣਾਈ ਗਈ ਹੈ? ਉਹ ਇਹ ਦੇਖਣ ਨੂੰ ਬਣਾਈ ਗਈ ਹੈ ਵੀ ਜਿਹੜੀ ਸਰਵਿਸਿਜ਼ ਨੇ ਬੈਂਕਾਂ ਦੀਆਂ ਉਹ ਕਿੱਦਾਂ ਦੀ ਨੇ। ਕਾਨੂੰਗੋ ਕਮੇਟੀ ਯਾਦ ਰੱਖ ਲਿਓ, BP ਕਾਨੂੰਗੋ ਦੇ ਹੈਡ ਨੇ, ਮੀਨਸ ਕਾਨੂੰਗੋ ਕਮੇਟੀ ਹੋ ਗਈ ਜੀ। ਇਹ ਆਪਾਂ ਦੱਸ ਹੀ ਦਿੱਤਾ, ਹੁਣ ਇਹਨੂੰ ਪੜ੍ਹਨ ਦੀ ਮੈਨੂੰ ਲੱਗਦਾ ਨਹੀਂ ਲੋੜ ਰਹਿ ਜਾਂਦੀ ਹੈ। ਅੱਗੇ ਕੁਐਸਚਨ ਕੀ ਹੈ, which is the venue of 2022 Women's World Boxing Championship? ਕਿ 2022 ਦੀ ਵਿਮਨ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਕਿੱਥੇ ਹੋਣੀ ਹੈ? ਇਸਤਾਨਬੁਲ ਚ ਹੋਣੀ ਹੈ ਜੀ। ਇਹ ਕਿੱਥੇ ਹੈ ਇਸਤਾਨਬੁਲ? ਕਿਸੇ ਨੂੰ ਆਈਡੀਆ ਹੈ? ਆਈਡੀਆ? ਓਕੇ, ਇਹਨੂੰ ਕੌਂਸਟੈਂਟਿਨਪਲ ਵੀ ਕਹਿੰਦੇ ਆ, ਤੇ ਹੈਗਾ ਜੀ ਟਰਕੀ ਦੇ ਵਿੱਚ। ਟਰਕੀ ਸੁਣਿਆ ਹੋਣਾ ਸਾਰਿਆਂ ਨੇ। ਹਾਂ, ਤੁਰਕੀ ਚ ਹੈ ਜੀ। ਇਸਤਾਨਬੁਲ ਕਹਿ ਲਓ ਜਾਂ ਕੌਂਸਟੈਂਟਿਨਪਲ ਕਹਿ ਦੋ, ਇੱਕੋ ਹੀ ਗੱਲ ਹੈ, ਕੋਈ ਫਰਕ ਨਹੀਂ ਹੈਗਾ ਜੀ, ਵੈਸੇ ਯਾਦ ਰੱਖ ਲਿਓ। ਠੀਕ ਹੈ, ਚਲੋ ਇੱਕ ਨਿਊਜ਼ ਸੀਗੀ, ਇੰਡੀਅਨ ਨੇਵੀ ਨੇ ਇੱਕ ਐਕਸਰਸਾਈਜ਼ ਹੋਈ ਸੀ, ਉਸ 'ਚ ਪਾਰਟਿਸਿਪੇਟ ਕੀਤਾ ਸੀ, ਤੇ ਉਹ ਕਿਹੜੀ ਕੰਟਰੀ ਨਾਲ ਕੀਤਾ ਸੀ? ਅਲੋਂਗ ਵਿਦ ਵਿਚ ਕੰਟਰੀਜ਼ ਨੇਵੀ। ਤੇ ਉਸ ਇਹ ਕੁਐਸਚਨ ਆਉਂਦੇ ਵੀ ਐਕਸਰਸਾਈਜ਼ ਦਾ ਨਾਮ ਕੀ ਹੈ, ਜਾਂ ਤਾਂ ਇਹ ਪੁੱਛ ਲੈਂਦੇ ਨੇ, ਜਾਂ ਐਕਸਰਸਾਈਜ਼ ਦਾ ਨਾਮ ਦੇ ਕੇ ਪੁੱਛ ਲੈਂਦੇ ਕਿਹੜੇ ਕਿਹੜੇ ਕੰਟਰੀਜ਼ ਨੇ ਇਸ 'ਚ ਪਾਰਟਿਸਿਪੇਟ ਕੀਤਾ ਸੀ। ਇਹਦੇ ਪਹਿਲਾਂ ਹੀ ਕਹਿਤਾ ਇੰਡੀਆ, ਤੇ ਦੂਸਰਾ ਸੀਗਾ ਬੰਗਲਾਦੇਸ਼। ਠੀਕ ਹੈ, ਤੇ ਇਹ ਤਾਂ ਵੈਸੇ ਮੈਨੂੰ ਲੱਗਦਾ ਸੌਖਾ ਯਾਦ ਹੋ ਜਾਏਗਾ। ਕਿਵੇਂ ਹੋ ਜਾਏਗਾ? ਇਹਦਾ ਨਾਮ ਹੈ ਬੋਂਗੋ ਸਾਗਰ। ਬੋਂਗੋ ਯਾਨੀ ਕਿ ਬੰਗਲਾਦੇਸ਼, ਉਹ ਜਿਹੜੇ ਬੰਗਾਲੀਜ਼ ਨੇ ਉਹ ਬੋਲਦੇ ਵੀ ਨੇ ਬੋਂਗਲਾ, ਹੈ ਨਾ, ਤੇ ਬਸ ਐਵੇਂ ਯਾਦ ਹੋ ਜਾਂਦਾ, ਤੇ ਭੁੱਲੇਗਾ ਵੀ ਨਹੀਂ ਕਦੇ। ਚਲੋ ਯਾਦ ਰੱਖਿਓ, ਹੋਰ ਕੁਝ ਨਹੀਂ ਹੈ। ਉਸ ਤੋਂ ਬਾਅਦ ਇਹ ਕਿਹਾ ਕਿ ਵਿਚ ਇੰਸਟੀਟਿਊਸ਼ਨ ਹੈਜ਼ ਐਸਟੈਬਲਿਸ਼ਡ ਅ ਸੁਪਰ ਕੰਪਿਊਟਰ ਨੇਮਡ ਪਰਮ ਪੋਰੁਲ। ਹੁਣ ਇੱਥੇ ਦੋ ਸਵਾਲ ਆ ਗਏ। ਪਹਿਲੀ ਗੱਲ, ਪਰਮ ਪੋਰੁਲ ਕੀ ਹੈ? ਇਹ ਤਾਂ ਇੱਥੇ ਲਿਖਿਆ ਤੁਹਾਨੂੰ ਪਤਾ ਹੀ ਹੋਏਗਾ। ਕੁਐਸਚਨ ਆਂਦਾ ਪਰਮ ਪੋਰੁਲ ਕੀ ਹੈ? ਸੁਪਰ ਕੰਪਿਊਟਰ ਹੈ। ਕਿਹਨੇ ਬਣਾਇਆ? ਇਹ ਕੁਐਸਚਨ ਹੈ ਇੱਥੇ। NIT ਤ੍ਰਿਚਨਾਪੱਲੀ ਨੇ ਬਣਾਇਆ ਹੈ ਜੀ। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ, ਪਰਮ ਪੋਰੁਲ। ਠੀਕ ਹੈ, ਦੈਟਸ ਇਟ। ਅੱਗੇ ਕੁਐਸਚਨ ਹੈ, what is the objective of ਲੋਕ ਮਿਲਣੀ ਪ੍ਰੋਗਰਾਮ recently launched by ਪੰਜਾਬ ਗਵਰਨਮੈਂਟ? ਪੰਜਾਬ ਨੇ ਇੱਕ ਪ੍ਰੋਗਰਾਮ ਚਲਾਇਆ ਸੀ ਮਿਲਣੀ, ਲੋਕ ਮਿਲਣੀ ਪ੍ਰੋਗਰਾਮ। ਉਹਦਾ ਆਬਜੈਕਟਿਵ ਕੀ ਸੀ, ਕਿਸ ਉਦੇਸ਼ ਨਾਲ ਚਲਾਇਆ ਗਿਆ ਸੀ ਜੀ? ਸਿੰਪਲ ਜਿਹਾ ਹੈ ਉਹਦਾ, ਉਹ ਸੀਗਾ ਵੀ ਸਿੰਗਲ ਵਿੰਡੋ ਪਲੇਟਫਾਰਮ ਦੇ ਦਿਓ ਲੋਕਾਂ ਨੂੰ। ਕਾਦੇ ਵਾਸਤੇ? ਤਾਂ ਕਿ ਜਿਹੜੇ ਉਹਨਾਂ ਦੀ ਸਮੱਸਿਆਵਾਂ ਉਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ, ਫॉर द redressal of their grievances। that's ਹੈ ਨਾ, ਇਹ ਪੰਜਾਬ ਸਰਕਾਰ ਦੀ ਹੈ, ਤੁਹਾਨੂੰ ਪਤਾ ਹੀ ਹੋਏਗਾ ਸਾਰਿਆਂ ਨੂੰ। ਨਹੀਂ ਹੈਗਾ ਤਾਂ ਹੁਣ ਦੇਖ ਲਓ। ਮਿਲਣੀ ਐਕਚੁਅਲੀ ਕਨਫਿਊਜ਼ਨ ਹੁੰਦਾ, ਮਿਲਣੀ ਤਾਂ ਫਿਰ ਹੁੰਦਾ ਪੈਸੇ ਦੀ ਗੱਲ ਹੁੰਦੀ ਜਾਂਦੀ, ਪਰ ਇੱਥੇ ਮਿਲਣੀ ਪੈਸੇ ਦੀ ਨਹੀਂ ਹੈਗੀ, ਇੱਥੇ ਮਿਲਣੀ ਹੈ ਸਮੱਸਿਆ ਦੂਰ ਕਰਨ ਦੀ ਹੈ ਜੀ। ਠੀਕ ਹੈ, ਆਹ ਵਾਲਾ ਸੀਗਾ, ਮਈ ਦੇ ਵਿੱਚ ਲਾਂਚ ਕੀਤਾ ਗਿਆ, ਇਸੇ ਮਈ ਨੂੰ। ਚਲੋ ਜੀ, ਕੁਐਸਚਨ ਇਹ ਹੈ, which state government constituted the drafting committee under recently retired Supreme Court Judge Justice Ranjana Desai to implement uniform civil code? ਇੱਥੇ ਦੋ ਚੀਜ਼ਾਂ, ਕੁਐਸਚਨ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਕਿਹੜੇ ਰਾਜ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਜਸਟਿਸ ਰੰਜਨਾ ਦੇਸਾਈ ਦੇ ਅੰਡਰ, ਕਾਦੇ ਵਾਸਤੇ? ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਵਾਸਤੇ। ਉਹ ਉੱਤਰਾਖੰਡ ਨੇ ਕੀਤੀ ਹੈ ਜੀ। ਪਰ ਕੁਐਸਚਨ ਇਹ ਹੈ, ਯੂਨੀਫਾਰਮ ਸਿਵਲ ਕੋਡ ਕੀ ਹੁੰਦਾ ਹੈ? ਕੋਈ ਆਈਡੀਆ? UCC ਇਹ ਸਾਡੇ ਭਾਰਤ ਦੇ ਜਿਹੜਾ ਸੰਵਿਧਾਨ ਹੈਗਾ, ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਆਰਟੀਕਲ 44 ਹੈ, ਉਹਦੇ ਵਿੱਚ ਲਿਖਿਆ ਹੋਇਆ ਹੈ ਆਲਰੇਡੀ ਕਿ ਇੰਡੀਆ ਜਿਹੜੀ ਸਰਕਾਰ ਹੈ ਇੱਥੇ ਦੀ ਕੋਸ਼ਿਸ਼ ਕਰੇ ਇੰਡੀਆ 'ਚ ਯੂਨੀਫਾਰਮ ਸਿਵਲ ਕੋਡ ਲਾਗੂ ਕਰੇ। ਹਜੇ ਤੱਕ ਨਹੀਂ ਲਾਗੂ ਕੀਤਾ ਗਿਆ, ਤੇ ਮੈਨੂੰ ਲੱਗਦਾ ਪਹਿਲੀ ਹੋਏਗੀ ਸਟੇਟ ਗਵਰਨਮੈਂਟ ਜਿਹਨੇ ਕਮੇਟੀ ਬਣਾਈ ਹੈ ਦੇਖਣ ਨੂੰ ਵੀ ਕੋਈ ਆਪਾਂ ਲਾਗੂ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ, ਦੇਖਿਆ ਜਾਵੇ।
यूनीफॉर्म सिविल कोड का मतलब की है, सिंपल जिन्होंने समझा जाए, यूनीफॉर्म मतलब सारे लिए बराबर, सिविल मतलब ਜਿਹੜਾ आम मुकदमे होंगे ने दीवानी मतलब क्रिमिनल नाउन सिविल मैटर ਉਹਦੇ ਵਾਸਤੇ ਕਾਨੂੰਨ। ਇਹਦਾ ਮਤਲਬ ਕੀ ਹੈ, ਸਾਰਿਆਂ ਵਾਸਤੇ ਇੱਕੋ ਕਾਨੂੰਨ। ਉਹ ਕਹਿੰਦੇ ਉਹ ਤਾਂ ਆਲਰੇਡੀ ਹੈਗਾ, ਫਿਰ ਪ੍ਰੋਬਲਮ ਕੀ ਹੈ, ਹੈਗਾ ਪਰ ਕਿਹਦੇ ਵਾਸਤੇ, ਕ੍ਰਿਮੀਨਲ ਮੈਟਰਸ ਵਾਸਤੇ ਜ਼ਿਆਦਾ ਹੈ। ਜਿੱਥੇ ਆਪਾਂ ਗੱਲ ਕਰੀਏ ਜਿਵੇਂ ਮੈਰਿਜ ਹੈ, ਮੈਰਿਜ ਵਾਸਤੇ ਹਿੰਦੂ ਲਾਅ ਅਲੱਗ ਹੈ, ਸਿੱਖ ਉਹਨਾਂ ਦੇ ਵਾਸਤੇ ਅਲੱਗ ਹੈ, ਮੁਸਲਿਮਸ ਦਾ ਅਲੱਗ ਹੈ, ਸੇਮ ਹੈ ਹੀ ਨਹੀਂ ਜੀ। ਜਿਸ ਗਰਾਊਂਡ ਤੇ ਕੋਰਟ 'ਚ ਜਾ ਕੇ ਹਿੰਦੂ ਮੈਰਿਜ ਨੂੰ ਆਪਾਂ ਡਿਸੋਲਵ ਕਰਾ ਸਕਦੇ ਹਾਂ, ਆਪਾਂ ਡਿਵੋਰਸ ਲੈ ਸਕਦੇ ਹਾਂ, ਉਸ ਗਰਾਊਂਡ ਤੇ ਮੁਸਲਿਮ 'ਚ ਨਹੀਂ ਲੈ ਸਕਦੇ, ਅਲਾਉਡ ਨਹੀਂ ਹੈ। ਤੇ ਇਹਦਾ ਮਤਲਬ ਕੀ ਹੋਇਆ, ਜਿਹੜਾ ਕੋਡ ਹੈਗਾ ਸਿਵਲ ਕੋਡ ਉਹ ਸਾਰੇ ਵਾਸਤੇ ਸੇਮ ਨਹੀਂ ਹੈ। ਜਿਵੇਂ ਸਕਸੈਸ਼ਨ ਹੈ ਨਾ, ਸਕਸੈਸ਼ਨ 'ਚ ਕੀ ਹੈ ਵੀ ਜ਼ਮੀਨ ਜਾਂ ਜਾਇਦਾਦ ਜਿਹੜੀ ਹੈ, ਫੈਮਿਲੀ ਜਿਹੜੀ ਪ੍ਰਾਪਰਟੀ ਹੈ, ਫਾਦਰ ਦੀ ਪ੍ਰਾਪਰਟੀ ਕਿਹਨੂੰ ਮਿਲੇਗੀ, ਮੁੰਡੇ ਨੂੰ ਕਿ ਕੁੜੀ ਨੂੰ। ਹੁਣ ਸ਼ਾਸਤਰਾਂ 'ਚ ਜਾਈਏ ਉੱਥੇ ਤਾਂ ਕੁੜੀ ਨੂੰ ਹੱਕ ਨਹੀਂ ਦਿੱਤਾ ਗਿਆ। ਹੁਣ ਇਹ ਅਲੱਗ-ਅਲੱਗ ਹੈ, ਇਹ ਕਹਿੰਦੇ ਤਾਂ ਸਾਰੇ ਦਾ ਪਰਸਨਲ ਮੈਟਰ ਹੈ। ਹੁਣ ਇੱਥੇ ਸਰਕਾਰ ਲੱਗੀ ਹੋਈ ਹੈ ਵੀ ਯੂਨੀਫਾਰਮ ਕੀਤਾ ਜਾ ਸਕੇ ਕਿ ਸਾਰਿਆਂ ਵਾਸਤੇ ਇਹ ਜਿਹੜਾ ਕਾਨੂੰਨ ਹੈ ਉਹ ਬਰਾਬਰ ਹੋ ਸਕੇ। ਪਰ ਮੈਨੂੰ ਲੱਗਦਾ ਜੀ ਬਹੁਤ ਟਾਈਮ ਲੱਗੇਗਾ, ਹਜੇ ਨਹੀਂ ਆਉਣ ਲੱਗ ਵਾਲਾ, ਇੰਡੀਆ 'ਚ ਆ ਜਾਏਗਾ ਪਰ ਹੌਲੀ ਹੌਲੀ ਆਏਗਾ। ਰਾਈਟ ਜੀ, ਰਾਈਟ। ਓਕੇ। ਉਸ ਤੋਂ ਬਾਅਦ ਇੱਕ ਕੁਐਸਚਨ ਹੈ, ਹੂ ਇਜ਼ ਦ ਆਥਰ ਆਫ ਦ ਨੋਵਲ ਟॉम ऑफ सैंड, रेत दी समाध, रेत मजोलम। ठीक है, इन्हों मिलिया कि इन्हों अवार्ड मिलिया जोड़ा कि बहुत इंपॉर्टेंट अवार्ड है, 2022 का अवार्ड किहड़ा, बुकर प्राइज मिलिया जी, इंटरनेशनल बुकर प्राइज, बड़ा इंपॉर्टेंट है। गीतांजलि श्री नूं मिलिया है, ये याद रखियो। हुण इत्थे याद की रखना है, इहदा नाम, दूसरा इहदी बुक, तीसरा किहड़ा अवार्ड मिलिया, यानी कि ये अवार्ड किहनूं मिलिया, किहड़ी किताब लई मिलिया, एवें क्वेश्चन है जी। ठीक है, हाँ ਇਹਦੇ ਨਾਲ ਇਹ ਚੀਜ਼ ਐਡ ਕਰਨੀ ਕਰ ਲਓ ਵੀ ਸੈਂਡ ਦਾ ਮਕਬਰਾ, ਰੇਤ ਦਾ ਮਕਬਰਾ ਜਿਹੜਾ ਹੈ, ਰੇਤ ਦੀ ਸਮਾਧ ਜਿਹੜੀ ਹੈ 2018 ਚ ਪਬਲਿਸ਼ ਕੀਤਾ ਗਿਆ ਸੀ, ਹਿੰਦੀ ਚ ਲਿਖਿਆ ਗਿਆ ਸੀ, ਇਹਨੂੰ ਬਾਅਦ ਚ ਇੰਗਲਿਸ਼ ਚ ਟਰਾਂਸਲੇਟ ਕੀਤਾ ਗਿਆ। ਠੀਕ ਹੈ, ਐਵੇਂ ਯਾਦ ਰੱਖ ਲਓ। ਚਲੋ ਜੀ, ਇੱਕ ਲਾਸਟ ਕੁਐਸਚਨ ਆਪਾਂ ਦੇਖ ਲੈਂਦੇ ਹਾਂ। Which country test fired Zircon hypersonic cruise missile? ਸਿੰਪਲ ਜਿਹਾ ਕੁਐਸਚਨ ਹੈ, ਕਿਹੜੀ ਕੰਟਰੀ ਨੇ ਮਿਜ਼ਾਈਲ ਲਾਂਚ ਕੀਤੀ, ਕਿਹੜੀ, ਜ਼ਿਰਕਨ। ਰਸ਼ੀਆ ਨੇ ਕੀਤੀ ਹੈ, ਪਰ ਇਹਨੂੰ ਸਮਝ ਲਓ, ਜ਼ਿਰਕਨ ਤਾਂ ਚਲੋ ਇੱਕ ਨਾਮ ਹੈ, ਸਮਝਣ ਵਾਲਾ ਕੁਝ ਹੈ ਨਹੀਂ। ਇੱਕ ਹੈ ਹਾਈਪਰਸੋਨਿਕ ਕੀ ਹੁੰਦਾ ਹੈ, ਇੱਕ ਹੁੰਦਾ ਕਰੂਜ਼ ਕੀ ਹੁੰਦਾ, ਮਿਜ਼ਾਈਲ ਤੁਹਾਨੂੰ ਪਤਾ ਕੀ ਹੁੰਦਾ ਹੈ। ਕਰੂਜ਼ ਤੇ ਕਰੂਜ਼ ਇੱਕ ਮਿਜ਼ਾਈਲ ਹੁੰਦੀ ਹੈ, ਇਹ ਉਹਦੀ ਬੇਸਿਕਲੀ ਜਿਹੜਾ ਪਾਥ ਹੈ ਉਹਦੇ ਅਕੋਰਡਿੰਗ ਪਤਾ ਲੱਗਦਾ ਕੀ ਹੈ। ਇੱਕ ਮਿਜ਼ਾਈਲ ਲਾਂਚ ਹੁੰਦੀ ਹੈ ਉੱਪਰ ਨੂੰ ਤੇ ਐਵੇਂ ਜਾ ਕੇ ਗਿਰਦੀ ਹੈ। ਠੀਕ ਹੈ ਜੀ, ਇਹ ਹੁੰਦੀ ਹੈ ਬੈਲਿਸਟਿਕ ਮਿਜ਼ਾਈਲ। ਇੱਕ ਹੁੰਦੀ ਹੈ ਇੱਥੇ ਲਾਂਚ ਹੋਈ, ਸਿੱਧੀ ਜਾਂਦੀ ਹੈ ਤੇ ਇੱਥੇ ਟਾਰਗੇਟ ਨੂੰ ਹਿੱਟ ਕਰਦੀ ਹੈ। ਇਹ ਕੀ ਹੈ, ਇਹ ਜ਼ਮੀਨ ਦੇ ਨਾਲ ਨਾਲ ਚੱਲਦੀ ਹੈ, ਜ਼ਿਆਦਾ ਹਾਈਟ ਨਹੀਂ ਹੋਏਗੀ ਤੇ ਪੈਰਲਲ ਚੱਲੇਗੀ। ਇਹ ਪਹਿਲਾਂ ਉੱਪਰ ਜਾਂਦੀ ਹੈ ਫਿਰ ਥੱਲੇ ਗਿਰਦੀ ਹੈ। ਇਹ ਜਿਹੜੀ ਸੈਕਿੰਡ ਵਾਲੀ ਹੈ ਇਹਨੂੰ ਕਹਿੰਦੇ ਜੀ ਕਰੂਜ਼ ਮਿਜ਼ਾਈਲ। ਇਹ ਜ਼ਿਆਦਾਤਰ ਕਾਦੇ ਵਾਸਤੇ ਹੁੰਦੀ ਹੈ, ਜਿਵੇਂ ਸ਼ਿਪ ਤੇ ਅਟੈਕ ਕਰਨਾ ਹੈ, ਟੈਂਕ ਤੇ ਅਟੈਕ ਕਰਨਾ ਹੈ ਨਾ, ਉਹਦੇ ਵਾਸਤੇ ਕਰੂਜ਼ ਮਿਜ਼ਾਈਲ ਹੁੰਦੀਆਂ ਨੇ। ਤੇ ਜ਼ਿਰਕਨ ਇੱਕ ਕਰੂਜ਼ ਮਿਜ਼ਾਈਲ ਹੈ। ਦੂਸਰਾ ਫਾਇਦਾ ਇਹ ਹੁੰਦਾ ਕਰੂਜ਼ ਮਿਜ਼ਾਈਲ ਦਾ, ਰਡਾਰ 'ਚ ਛੇਤੀ ਨਹੀਂ ਆਉਂਦੀਆਂ ਕਿਉਂਕਿ ਜ਼ਮੀਨ ਦੇ ਨਾਲ ਨਾਲ ਥੱਲੇ ਉੱਡਦੀਆਂ ਨੇ, ਉੱਪਰ ਨਹੀਂ ਉੱਡ ਜਾਂਦੀਆਂ। ਤੇ ਵਟ ਇਜ਼ ਦਿਸ ਹਾਈਪਰਸੋਨਿਕ, ਸੁਪਰਸੋਨਿਕ, ਹਾਈਪਰਸੋਨਿਕ, ਜਦ ਤੁਸੀਂ ਕਿੱਥੇ ਆ ਗਏ, ਜਿਹੜੀ ਸਪੀਡ ਆਫ ਸਾਊਂਡ ਹੈ ਉੱਥੇ ਪਹੁੰਚ ਗਏ, ਉਨੀ ਸਪੀਡ ਵੱਜੇ ਇਹਨਾਂ ਦੀ, ਉਹ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ ਜਨਰਲੀ ਮੈਕ। ਉਹ ਮਿਜ਼ਾਈਲ ਦੇ ਨਾਮ, ਪਲੇਨ ਦੇ ਨਾਮ ਵੀ ਲਿਖਿਆ ਹੁੰਦਾ ਨਾ, ਮੈਕ 2, ਮੈਕ 3, ਮੈਕ 2, ਮੈਕ 3। ਜਦ ਆਵਾਜ਼ ਜਿਹੜੀ ਹੈ ਉਹਦੀ ਸੌਰੀ ਸਪੀਡ ਹੈ ਜਿਹੜੀ ਆਵਾਜ਼ ਤੋਂ ਡਬਲ ਹੋ ਜੇ, ਆਵਾਜ਼ ਦੀ ਸਪੀਡ ਤੋਂ 3 ਗੁਣਾ ਹੋ ਜੇ ਤੇ ਮੈਕ 3 ਹੋ ਜਾਂਦਾ ਹੈ। ਤੇ ਐਵੇਂ ਹਾਈਪਰਸੋਨਿਕ ਹੈ ਮਤਲਬ ਹਾਈ ਸਪੀਡ ਕਰੂਜ਼ ਮਿਜ਼ਾਈਲ ਹੈ ਜ਼ਿਰਕਨ ਮਿਜ਼ਾਈਲ, ਜਿਹੜੇ ਕਿ ਰਸ਼ੀਆ ਦੀ ਹੈ ਜੀ। ਠੀਕ ਹੈ, ਕਿੱਥੋਂ ਲਾਂਚ ਕੀਤੀ ਗਈ ਹੈ, ਐਡਮਿਰਲ ਗੋਰਸ਼ਕੋਵ ਤੋਂ ਕੀਤੀ ਗਈ ਹੈ। ਠੀਕ ਹੈ, ਉਹ ਬੇਰੈਂਟ ਸੀ 'ਚ ਸੀਗਾ, ਉੱਥੇ ਉਹਨਾਂ ਨੇ, ਉਹਦਾ ਟਾਰਗੇਟ ਕੀ ਸੀਗਾ, ਉਹਦੀ ਰੇਂਜ ਸੀਗੀ 1000 ਕਿਲੋਮੀਟਰ, ਵਾਈਟ ਸੀ 'ਚ ਕੋਈ ਚੀਜ਼ ਸੀ, ਉਹਦੇ ਨੂੰ ਹਿੱਟ ਕੀਤਾ ਸੀ। ਇਹ ਇੰਪੋਰਟੈਂਟ ਨਹੀਂ ਹੈ, ਸਾਨੂੰ ਸਿਰਫ ਮਿਜ਼ਾਈਲ ਦਾ ਨਾਮ ਪਤਾ ਹੋਣਾ ਚਾਹੀਦਾ ਹੈ, ਜ਼ਿਰਕਨ, ਤੇ ਕਿਹੜੀ ਕੰਟਰੀ ਦੀ ਹੈ ਜੀ, ਦੈਟਸ ਆਲ। ਤੇ ਇਹ ਕੁਝ ਕੁਐਸਚਨ ਜੇ ਸੀਗੇ ਤਾਂ ਕਿ ਆਪਾਂ ਥੋੜੇ ਥੋੜੇ ਡਿਸਕਸ ਕਰ ਸਕੀਏ। ਬਾਕੀ ਹੋਰ ਮਟੀਰੀਅਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ, ਕਿਉਂਕਿ ਆਪਾਂ ਜਿੰਨਾ ਕਰੰਟ ਅਫੇਅਰ ਪੜ੍ਹ ਸਕਦੇ ਹਾਂ ਉਨਾ ਹੀ ਫਾਇਦਾ ਰਹੇਗਾ। ਸਭ ਤੋਂ ਵਧੀਆ ਹੈ ਕਿ ਜਿੰਨਾ ਡਿਸਕਸ ਕਰ ਲਓ ਤੁਸੀਂ,
ਸਮਝ ਲਓ ਉਸ ਚੀਜ਼ ਨੂੰ, ਕਿਉਂਕਿ 1-2 ਮਹੀਨੇ ਪ੍ਰੋਬਲਮ ਆਉਂਦੀ ਹੈ ਕਰੰਟ ਅਫੇਅਰ 'ਚ, ਕਿਉਂਕਿ ਇਹ ਚੀਜ਼ਾਂ ਕੀ ਹੈ ਰਿਪੀਟ ਹੁੰਦੀਆਂ ਬਾਰ-ਬਾਰ। ਜੇ ਤੁਸੀਂ 2-4 ਮਹੀਨੇ ਦੇ ਕਰੰਟ ਅਫੇਅਰ ਪੜ੍ਹ ਲਏ, ਬਾਕੀ ਫਿਰ ਤੁਹਾਨੂੰ ਬਾਕੀ ਜਿਹੜੇ 4 ਮਹੀਨੇ ਦੇ ਅਗਲੇ ਨੇ 8 ਮਹੀਨੇ ਦੇ ਉਹ ਆਪੇ ਸਮਝਣ ਆਣੇ ਲੱਗ ਜਾਣਗੇ, ਕਿਉਂਕਿ ਉਹ ਰਿਪੀਟ ਹੋ ਰਹੀਆਂ ਹੋਣੀ ਚੀਜ਼ਾਂ, ਨਵਾਂ ਕੁਝ ਨਹੀਂ ਮਿਲਣਾ। ਰਾਈਟ ਜੀ। जी सर। ਅੱਜ ਲਈ ਇੰਨਾ, ਹੋਰ ਕੁਝ ਡਾਊਟ ਹੈ ਜਾਂ ਕੁਝ ਤੁਹਾਡੀ, ਤੁਸੀਂ ਕੁਝ ਕਹਿਣਾ ਹੈ, ਕੋਈ ਸਜੈਸ਼ਨ ਤਾਂ ਯੂ ਆਰ ਮੋਸਟ ਵੈਲਕਮ।